ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗੁਰ ਪੂਰਾ ਜਿਨ ਸਿਮਰਿਆ, ਸੇ ਭਏ ਨਿਹਾਲ। ਨਾਨਕ ਨਾਮ ਅਰਾਧਨਾ, ਕਾਰਜ ਆਵੈ ਰਾਸ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣਿਐ ਈਸ਼ਰ ਬਰਮਾ ਇੰਦ, ਸੁਣਿਐ ਮੁਖ ਸਲਾਹਣ ਮੰਦ। ਸੁਣਿਐ ਈਸ਼ਰ ਬਰਮਾ ਇੰਦ, ਸੁਣਿਐ ਮੁਖ ਸਲਾਹਣ ਮੰਦ। ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸ਼ਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰ ਵਾਲੀ ਗੁਰੂ का खास रूप साध संगत जीओ, महाराज जी की अपार कृपा का सदका, रहमत का सदका, दूरों नेड़ियों चल के शरधा भावना चाओ नाल
ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਤਾਜਾਂ ਤੇ ਤਖਤਾਂ ਦੇ ਮਾਲਕ ਨੀਲੇ ਦੇ ਸ਼ਾਹ ਸਵਾਰ ਦਸਮ ਪਿਤਾ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਮੁਬਾਰਕ ਚਰਨ ਛੋਹ ਪ੍ਰਾਪਤ ਧਰਤੀ ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਜੁਗੋ ਜੁਗ ਅਟਲ ਚਾਬਰ ਛਤਰ ਤਖਤ ਦੇ ਮਾਲਕ ਦੀਨ ਦੁਨੀਆ ਦੇ ਦਾਤੇ ਗੁਰਤਾ ਗੱਦੀ ਦੇ ਵਿਰਾਜਮਾਨ ਪਾਵਨ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੁੰਦਰ ਦਰਬਾਰ ਅੰਦਰ ਜੁੜ ਬੈਠੇ ਸਜ ਬੈਠੇ ਸਮੂਹ ਸਤਸੰਗੀ ਜਨੋ ਵਡਭਾਗੇ ਹਾਂ ਜਿਨ੍ਹਾਂ ਨੂੰ ਮਹਾਨ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬੜੇ ਪਿਆਰ ਨਾਲ ਆਪ ਜੀ ਨੇ ਸਨਮਾਨ ਜੋ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਰੱਬੀ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਉਪਰੰਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਚੋਂ ਨਾਜ਼ਲ ਹੋਈ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਲੜੀ ਤਹਿਤ ਆਪ ਜੀ ਨੇ ਅੱਜ ਦਾ ਪਾਵਨ ਉਪਦੇਸ਼ ਉਹਦਾ ਮੂਲ ਪਾਠ ਸਰਵਣ ਕੀਤਾ ਹੈ। ਜਪਜੀ ਸਾਹਿਬ ਜੀ ਦੀ ਆਪ ਜੀ ਨੇ 9ਵੀਂ ਪੌੜੀ ਦਾ ਪਾਠ ਸਰਵਣ ਕਰਿਆ ਹੈ ਔਰ ਇਸ ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੀ ਕਿਰਪਾ ਕਰ ਰਹੇ ਨੇ, ਕੀ ਸੇਧ ਸੋਝੀ ਪ੍ਰਦਾਨ ਕਰ ਰਹੇ ਨੇ। ਆਓ ਕੁਝ ਸਮੇਂ ਵਾਸਤੇ ਵਿਚਾਰਾਂ ਦੀ ਸਾਂਝ ਪਾਈਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਜੋ ਗੁਰੂ ਚਰਨਾਂ ਵਿੱਚ ਹਾਜ਼ਰ ਹੈ ਔਰ ਜੋ ਆਪਣੇ ਘਰਾਂ ਦੇ ਵਿੱਚ ਸਿੱਧੇ ਪ੍ਰਸਾਰਣ ਦਾ ਆਨੰਦ ਮਾਣ ਰਹੀ ਹੈ, ਸਾਰੀ ਸੰਗਤ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਰਸਨਾ ਪਵਿੱਤਰ ਰੱਖੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਿਐ ਸਿੱਧ ਸੁਣਿਐ ਈਸ਼ਰ ਬਰਮਾ ਇੰਦ ਸੁਣਿਐ ਮੁਖ ਸਾਲਾਹਣ ਮੰਦ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਪੌੜੀ ਦੇ ਅੰਦਰ ਸੁਣਨ ਦਾ ਮਹਾਤਮ ਸਮਝਾ ਰਹੇ ਨੇ। ਇਸ ਤੋਂ ਪਹਿਲੀ ਪੌੜੀ ਦੇ ਅੰਦਰ ਵੀ ਗੁਰੂ ਸਾਹਿਬ ਨੇ ਸੁਣਿਆ ਦੇ ਸੰਬੰਧ ਵਿੱਚ ਜੇ ਪਰਮਾਤਮਾ ਦਾ ਨਾਮ ਇਕਾਗਰਤਾ ਨਾਲ ਸੁਣਿਆ ਜਾਵੇ ਤਾਂ ਕੀ ਮਨੁੱਖ ਨੂੰ ਪ੍ਰਾਪਤੀਆਂ ਹੁੰਦੀਆਂ ਨੇ, ਮਨੁੱਖ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੀ ਚੇਂਜ ਆਉਂਦੀ ਹੈ, ਇਹ ਵੱਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਨੇ। ਕਿਉਂਕਿ ਅਸੀਂ ਹਰ ਚੀਜ਼ ਦੇ ਪਿੱਛੇ ਇਹ ਪੁੱਛਦੇ ਹਾਂ ਵੀ ਫੇਰ ਕੀ ਹੋ ਜਾਊਗਾ, ਸੁਭਾਅ ਹੈ ਸਾਡਾ ਵੀ ਫੇਰ ਕੀ ਹੋ ਜਾਊਗਾ। ਆਪਾਂ ਆਮ ਕਹਿੰਦੇ ਆ ਛੋਟੇ ਛੋਟੇ ਬੱਚਿਆਂ ਨੂੰ ਕਹਿ ਦਿਓ ਵੀ ਆਹ ਕੰਮ ਕਰੋ ਫਿਰ ਕੀ ਹੋ ਜਾਊ, ਪੜ੍ਹਾਈ ਕਰਿਆ ਕਰੋ ਫਿਰ ਕੀ ਹੋ ਜਾਊ, ਨਾ ਕਰੋ ਫਿਰ ਕੀ ਹੋ ਜਾਊ ਇਤਿਆਦਿਕ। ਜਦੋਂ ਮਹਾਰਾਜ ਨੇ ਸਾਨੂੰ ਪਾਵਨ ਬਾਣੀ ਦੇ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਇਹ ਵਾਰ-ਵਾਰ ਆਖਿਆ ਭਾਈ ਪਰਮੇਸ਼ਰ ਨੇ ਕੰਨ ਦਿੱਤੇ ਨੇ, ਇਹਨਾਂ ਕੰਨਾਂ ਦੇ ਨਾਲ ਪ੍ਰਮਾਤਮਾ ਦਾ ਨਾਮ ਸੁਣਿਆ ਕਰੋ, ਗੁਰੂ ਕੀ ਬਾਣੀ ਸੁਣਿਆ ਕਰੋ, ਕਥਾ ਕੀਰਤਨ ਸੁਣਿਆ ਕਰੋ ਔਰ ਉਹ ਸੱਚੀ ਬਾਣੀ ਸੁਣੋ ਜਿਹੜੀ ਬਾਣੀ ਪਰਮੇਸ਼ਰ ਦੇ ਕੋਲੋਂ ਆਈ ਹੈ, ਰੱਬ ਜੀ ਦੇ ਕੋਲੋਂ ਆਈ ਹੈ, ਪ੍ਰਮਾਤਮਾ ਦੇ ਕੋਲੋਂ ਆਈ ਹੈ। ਜਿੱਥੇ ਮਹਾਰਾਜ ਨੇ ਇਸ ਪਾਸੇ ਜ਼ੋਰ ਦਿੱਤਾ ਉੱਥੇ ਵੀ ਆਖਿਆ ਵੀ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਸੁਣਨੀ ਬੰਦ ਕਰ ਦਿਓ, ਐਵੇਂ ਵਾਧੂ ਘਾਟੂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ। ਔਰ ਉੱਥੇ ਸਾਨੂੰ ਇਹ ਵੀ ਆਖਿਆ, ਦੇਖੋ ਬਾਣੀ ਦੇ ਵਿੱਚ ਕਿੰਨੇ ਪਿਆਰੇ ਸ਼ਬਦ ਆਉਂਦੇ ਨੇ, ਆਪ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਜੇ ਗਾਉਣ ਦਾ ਜ਼ਿਕਰ ਹੈ ਤੇ ਸੁਣਨ ਦਾ ਵੀ ਹੈ। ਆਹ ਜਿਹੜੀ 4 ਪੌੜੀਆਂ ਮਹਾਰਾਜ ਨੇ ਸੁਣਨ ਦੇ ਸੰਬੰਧ ਵਿੱਚ ਬਖਸ਼ੀਆਂ ਨੇ ਨਾ, ਇਹ ਬਿਲਕੁਲ ਉਹਨਾਂ ਲੋਕਾਂ ਦੇ ਉਹਨਾਂ ਸਵਾਲਾਂ ਦਾ ਜਵਾਬ ਹੈ ਜਿਹੜੇ ਕਹਿੰਦੇ ਨੇ ਕੱਲਾ ਸੁਣਨ ਨਾਲ ਕੀ ਹੋ ਜਾਊਗਾ, ਕੱਲਾ ਸੁਣਨ ਨਾਲ ਕੀ ਹੋ ਜਾਊਗਾ, ਕੱਲਾ ਪੜ੍ਹਨ ਨਾਲ ਕੀ ਹੋ ਜਾਊਗਾ। ਔਰ ਇਸ ਤਰ੍ਹਾਂ ਦੇ ਢੇਰ ਸਾਰੇ ਸਵਾਲ ਜਿਹੜੇ ਨੇ ਉਹ ਆਮ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਵੀ ਇਸ ਪਾਸੇ ਆਓ, ਉਹ ਪਹਿਲੇ ਸਵਾਲ ਇਹਦਾ ਹੁੰਦਾ ਵੀ ਅਸੀਂ ਵੇਖੇ ਨੇ ਜਿਹੜੇ ਰੋਜ਼ ਦੇ ਸੁਣਨ ਵਾਲੇ ਉਹਨਾਂ ਦਾ ਤਰਕ ਇਹ ਵੀ ਹੁੰਦਾ ਮਾਫੀ ਦੇਣੀ, ਰੋਜ਼ ਦੇ ਪੜ੍ਹਨ ਵਾਲੇ ਵੀ ਅਸੀਂ ਵੇਖੇ ਨੇ
ਪਰ ਅਸੀਂ ਉਹਨਾਂ ਵੱਲ ਵੇਖ ਕੇ ਇਹ ਨਹੀਂ ਕਹਿ ਸਕਦੇ ਵੀ ਫਾਇਦਾ ਕੀ ਹੈ। ਔਰ ਜੇ ਸਾਡੀ ਨਿਗਾਹ ਪੋਜ਼ਿਟਿਵ ਹੋਵੇ, ਅਸੀਂ ਸਹੀ ਵੇਖੀਏ ਨਾ, ਤਾਂ ਸਾਨੂੰ ਉਹ ਵੀ ਦਿਸਣਗੇ ਜਿਹੜੇ ਸੁਣ ਕੇ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਗਏ। ਸੁਣਨ ਦੇ ਨਾਲ ਹੀ ਜਿਹੜੇ ਪਰਮੇਸ਼ਰ ਦੇ ਵਿੱਚ ਭੇਦਤਾ ਹਾਸਲ ਕਰ ਗਏ, ਜਿਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਸੀ ਆਉਂਦਾ, ਤੁਸੀਂ ਹੈਰਾਨ ਹੋਵੋਗੇ। ਤੇ ਇਸ ਕਰਕੇ ਸੁਣਨ ਦਾ ਆਪਣਾ ਮਹੱਤਵ ਹੈ। ਵੈਸੇ ਨਾ ਕੋਈ ਵੀ ਗੱਲ ਪਹਿਲਾਂ ਸੁਣੀ ਹੀ ਜਾਂਦੀ ਹੈ, ਬਾਅਦ ਵਿੱਚ ਬੋਲੀ ਜਾਂਦੀ ਹੈ। ਜਾਂ ਪਹਿਲਾਂ ਇਉਂ ਕਹ ਲਓ, ਕੋਈ ਵੀ ਕੰਮ ਪਹਿਲਾਂ ਸੁਣਿਆ ਜਾਂਦਾ, ਫਿਰ ਹੀ ਉਹਨੂੰ ਸਹੀ ਢੰਗ ਨਾਲ ਕੀਤਾ ਜਾਂਦਾ ਹੈ। ਜੇ ਆਪਾਂ ਧਿਆਨ ਨਾਲ ਸੁਣਦੇ ਨਹੀਂ ਤਾਂ ਕੰਮ ਕਰਨ ਦੇ ਵਿੱਚ ਮੁਸ਼ਕਲ 95% ਆਏਗੀ। ਹੁਣ ਇੱਕ ਮਾਂ ਜਾਂ ਪਿਤਾ ਆਪਣੇ ਬੱਚੇ ਨੂੰ ਕੋਈ ਗੱਲ ਕਹਿੰਦਾ ਵੀ ਆਹ ਕਰ, ਉਹ ਧਿਆਨ ਨਹੀਂ ਦਿੰਦਾ, ਇਗਨੋਰ ਕਰ ਦਿੰਦਾ। ਮਾਂ ਨੇ ਕਹਿਤਾ ਜਾ ਪੁੱਤਰਾ ਫੜ ਰੁਪਈਆ 100 ਬਾਜ਼ਾਰ ਜਾ, ਆਹ ਚੀਜ਼ਾਂ ਲੈ ਕੇ ਆਉਣੀਆਂ ਨੇ, 2 4 5 7 ਚੀਜ਼ਾਂ ਦਾ ਨਾਮ ਲੈਤਾ ਉਹਨੇ, ਪਰ ਉਹਨੇ ਛੇਤੀ ਦੇ ਨਾਲ ਜਾਂ ਜਾਣ ਬੁੱਝ ਕੇ ਧਿਆਨ ਨਹੀਂ ਦਿੱਤਾ, ਸੁਣਿਆ ਨਹੀਂ ਧਿਆਨ ਨਾਲ, ਬਾਜ਼ਾਰ ਚਲਾ ਜਾਏਗਾ। ਬਾਜ਼ਾਰ ਜਾ ਕੇ ਦੁਕਾਨਾਂ ਵੀ ਜਾਏਗਾ, ਦੁਕਾਨ ਦੇ ਵਿੱਚ ਵੀ ਚਲਾ ਜਾਏਗਾ, ਪਰ ਜਦੋਂ ਆਖੇਗਾ ਵੀ ਮੈਨੂੰ ਆਹ, ਫਿਰ ਇੱਕਦਮ ਕਹੇਗਾ ਵੀ ਮਾਂ ਨੇ ਕੀ ਕਿਹਾ ਸੀ। ਹੁਣ ਯਾਦ ਨਹੀਂ ਆਉਂਦਾ ਵੀ ਕੀ ਕਿਹਾ ਸੀ ਮਾਂ ਨੇ, ਵੀ ਆਹ ਚੀਜ਼ ਲੈ ਕੇ ਆਉਣੀ ਆ। ਹੋਰ ਗੱਲਾਂ ਯਾਦ ਆਉਂਦੀਆਂ ਨੇ, ਉਹ ਯਾਦ ਨਹੀਂ ਆਉਂਦੀ। ਫਿਰ ਵਾਪਸ ਮੁੜਦਾ, ਫਿਰ ਆਉਂਦਾ, ਕਹਿੰਦਾ ਮੈਂ ਭੁੱਲ ਗਿਆ ਸੀ। ਮਾਂ ਫਿਰ ਕਹਿੰਦੀ ਹੈ ਵੀ ਆਹ ਚੀਜ਼ਾਂ ਨੇ। ਜੇ ਫਿਰ ਧਿਆਨ ਨਹੀਂ ਦਿੰਦਾ, ਭਾਵੇਂ ਦੇ ਉਹਨੇ ਆਈ ਜਾਣਾ, ਵਾਜਾ ਹੀ ਜਾਣਾ। ਇਸ ਕਰਕੇ ਜਿਹੜਾ ਸੀ, ਜੇ ਧਿਆਨ ਨਾਲ ਸੁਣੇਗਾ ਤਾਂ ਬਾਜ਼ਾਰ ਦੇ ਵਿੱਚ ਇੱਕੋ ਵਾਰੀ ਜਾ ਕੇ ਮਸਲਾ ਹੱਲ ਹੋ ਜਾਏਗਾ। ਸਾਰੀਆਂ ਚੀਜ਼ਾਂ ਆਉਣਗੀਆਂ, ਐਨਰਜੀ ਵੀ ਘੱਟ ਲੱਗੇਗੀ, ਟਾਈਮ ਵੀ ਘੱਟ ਲੱਗੇਗਾ, ਤੇ ਮਾਂ ਤੋਂ ਵੀ ਸ਼ਾਬਾਸ਼ ਪ੍ਰਾਪਤ ਹੋਵੇਗੀ। ਦੁਕਾਨਦਾਰ ਦਾ ਵੀ ਸਿਰ ਨਹੀਂ ਖਾਧਾ ਜਾਏਗਾ, ਸਿੱਧੇ ਸ਼ਬਦਾਂ 'ਚ। ਨਹੀਂ ਤੇ ਕੀ ਹੁੰਦਾ ਹੈ, ਆਪਾਂ ਮਿੰਟ ਕੁ ਬਾਅਦ ਪੁੱਛਦੇ ਹਾਂ, ਜਾਂਦੇ ਹਾਂ, ਆ ਦਿਓ ਜੀ 5 ਰੁਪਏ ਦੀ ਇਹ ਚੀਜ਼, ਉਹ ਲਿਆਉਣੇ ਇੰਨੇ ਨੂੰ, ਫੇਰ ਚਲੇ ਜਾਈਏ, ਦਿਓ ਜੀ 5 ਰੁਪਏ ਦੀ ਚੀਜ਼। ਫਿਰ ਦੁਕਾਨਦਾਰ ਵੀ ਕਹੂਗਾ ਯਾਰ ਇੱਕ ਵਾਰ ਲੈ ਲਾ, ਤੂੰ ਲਿਖ ਕੇ ਲੈ ਕੇ ਆਇਆ ਕਰ, ਯਾਦ ਰੱਖਿਆ ਕਰ, ਵਾਰ-ਵਾਰ ਮੈਂ ਤੇਰੇ ਤੇ ਥੋੜੂਗਾ। ਨਾਲੇ ਉਹਨੇ ਸਮਾਨ ਵੇਚਣਾ, ਨਾਲੇ ਉਹਦਾ ਕੰਮ ਇਹੀ ਹੈ, ਪਰ ਫਿਰ ਵੀ ਦੁਕਾਨਦਾਰ ਵੀ ਖਿੱਚ ਜਾਂਦਾ ਵੀ ਮੈਂ ਤੇਰੇ ਇਕੱਲੇ ਦੀ ਥੋੜੂਗਾ। ਤੇ ਦੇਖਣ ਵਾਲੇ ਵੀ ਕਹਿਣਗੇ ਵੀ ਇਹ ਤੁਰਿਆ ਹੀ ਰਹਿੰਦਾ ਝੋਲਾ ਚੁੱਕੀ, ਬਸ ਪਤਾ ਨਹੀਂ ਕੀ ਸਵੇਰੇ ਦੁਪਹਿਰੇ ਸ਼ਾਮ ਜਦੋਂ ਵੇਖ ਲਓ। ਸਿਆਣੇ ਬੰਦੇ ਕੀ ਕਰਦੇ ਨੇ, ਉਹ ਇੱਕੋ ਹੀ ਵਾਰੀ ਸਾਰਾ ਲਿਆਉਂਦੇ ਨੇ, ਪਰ ਉਹ ਤਾਂ ਆਏਗਾ ਜੇ ਆਪਾਂ ਯਾਦ ਰੱਖਿਆ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਇਸ਼ਾਰਾ ਕਰ ਰਹੇ ਨੇ ਨਾ ਸੁਣਨ ਦਾ, ਸਭ ਤੋਂ ਪਹਿਲਾਂ ਜਿਹਨੇ ਧਿਆਨ ਨਾਲ ਸੁਣ ਲਿਆ ਤੇ ਉਹੀ ਉਹਨੂੰ ਸਹੀ ਰੂਪ ਦੇ ਵਿੱਚ ਮੰਨ ਸਕਦਾ ਹੈ। ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਵੀ ਸੁਣਨ ਦੀ ਜਿਹੜੀ ਕੰਪੈਸਿਟੀ ਹੈ, ਵੱਧ ਤੋਂ ਵੱਧ 9 ਸੈਕਿੰਡ ਹੈ ਇਕਾਗਰਤਾ ਨਾਲ। ਕੁਝ 9-11 ਸੈਕਿੰਡ ਵਿਦਵਾਨ ਕਹਿੰਦੇ ਨੇ ਵੀ ਉਦੋਂ ਬਾਅਦ ਇਕਾਗਰਤਾ ਨਾਲ ਮਨੁੱਖ ਸੁਣ ਨਹੀਂ ਸਕਦਾ। ਇੱਕ ਵਾਰ ਇਹਦਾ ਖਿਡਾਓ ਆਉਂਦਾ, ਇੱਕ ਵਾਰ ਫੇਰ ਇਹਦਾ ਧਿਆਨ ਕਿਤੇ ਇੱਧਰ ਉੱਧਰ ਹੋ ਚਲਾ ਜਾਂਦਾ, ਫੇਰ ਮਨ ਨੂੰ ਮੋੜ ਕੇ ਲੈ ਕੇ ਆਵੇ, ਮਨ ਨੂੰ ਟਿਕਾਵੇ, ਫਿਰ ਧਿਆਨ ਨਾਲ ਗੱਲ ਸੁਣੇ, ਫਿਰ ਗੱਲ ਬਣ ਸਕਦੀ ਹੈ। ਇਹ ਇਸੇ ਕਰਕੇ ਤੇ ਮਹਾਰਾਜ ਨੇ ਵਰਸ਼ਨ ਕੀਤੇ ਸੀ ਵੀ ਏਕ ਚਿੱਤ ਜਿਹੇ ਕਿਛਨ ਧਿਆਇਓ, ਜਿਹੜੇ ਆਪਾਂ ਬਚਨ ਪੜ੍ਹਦੇ ਹਾਂ, ਜਾਂ ਇੱਕ ਨਿਮਕ ਭਰਦੇ ਸਮੇਂ ਦਾ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਸੁਣਿਆ। ਇੱਕ ਬੇਨਤੀ ਕਰਾਂ, ਇੱਥੇ 3 ਪੌੜੀਆਂ ਦੇ ਜਿੰਨੀਆਂ ਵੀ ਪੌੜੀਆਂ ਨੇ, ਜਿੱਥੇ ਜਿੱਥੇ ਸ਼ਬਦ ਆ ਰਿਹਾ ਹੈ, ਸੁਣਿਆ ਹੀ ਇਹਦਾ ਉਚਾਰਨ ਕੀਤਾ ਜਾਣਾ। ਜੇ ਸੁਣੀਆ ਕਹਿਤਾ, ਇਹਦੇ ਅਰਥ ਬਦਲ ਜਾਣਗੇ। ਕੱਲੀ ਸਿਹਾਰੀ ਬਿਹਾਰੀ ਨਾਲ ਅਰਥ ਬਦਲਦੇ ਨੇ। ਇੱਥੇ ਸੁਣਿਆ, ਜੇ ਪ੍ਰਮਾਤਮਾ ਦਾ ਨਾਮ ਧਿਆਨ ਨਾਲ ਸੁਣਿਆ ਜਾਵੇ ਤਾਂ ਕੀ ਬਣਦਾ। ਜੇ ਸੁਣੀਏ ਕਹਾਂਗੇ, ਫਿਰ ਉਹਦਾ ਹੋ ਜਾਏਗਾ ਵੀ ਆਪਾਂ ਨੂੰ ਆਓ ਸੁਣੀਏ, ਉਹਦਾ ਆਓ ਇਸ ਗੱਲ ਨੂੰ ਸੁਣੀਏ, ਆਪਾਂ ਸਾਰੇ ਸੁਣੀਏ। ਪਰ ਜੇ ਸੁਣਿਆ ਜਾਵੇ ਕੀ ਹੋਵੇਗਾ, ਕਹਿੰਦੇ ਈਸ਼ਰ ਬਰਮਾ ਇੰਦ। ਈਸ਼ਰ ਦਾ ਮਤਲਬ ਹੈ ਸ਼ਿਵ, ਬਰਮਾ ਦਾ ਅਰਥ ਹੈ ਬ੍ਰਹਮਾ, ਇੰਦ ਦਾ ਮਤਲਬ ਹੈ ਇੰਦਰ ਦੇਵਤਾ, 3 ਵੱਡੇ ਦੇਵਤੇ। ਵੈਸੇ ਵਿਸ਼ਨੂੰ ਆਉਂਦਾ ਇਹਨਾਂ ਤਿੰਨਾਂ ਦੇ ਵਿੱਚ, ਇੱਥੇ ਚਲੋ ਇੰਦਰ ਦਾ ਨਾਮ ਮਹਾਰਾਜ ਜੀ ਨੇ ਜ਼ਿਕਰ ਕੀਤਾ। ਇਸ਼ਾਰਾ ਉਹੀ ਹੈ ਵੀ ਇੰਦਰ ਵਰਗੇ, ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਸ਼ਿਵ ਵਰਗੇ ਜਿਹੜੇ ਚੋਟੀ ਦੇ ਦੇਵਤੇ ਨੇ ਔਰ ਸਿਰੇ ਦੇ 3 ਪ੍ਰਮੁੱਖ ਦੇਵਤੇ ਨੇ। ਔਰ ਮਨੁੱਖ ਜੇ ਪ੍ਰਮਾਤਮਾ ਦਾ, ਪਰਮੇਸ਼ਰ ਦਾ ਨਾਮ ਸੁਣਦਾ ਹੈ ਨਾ ਇਕਾਗਰਤਾ ਨਾਲ, ਐਨ ਸੁਣ ਕੇ ਵੀ ਉਹ ਈਸ਼ਰ ਦੀ ਪਦਵੀ ਤੇ ਪਹੁੰਚ ਸਕਦਾ। ਬੜੀ ਵੱਡੀ ਗੱਲ ਹੈ। ਸ਼ਿਵ ਕੋਈ ਉਹੀ ਬਣ ਜੂ ਥੋੜੋ, ਸ਼ਿਵ ਵਰਗੀ ਪ੍ਰਾਪਤੀ ਕਰ ਲੈਣੀ ਹਰ ਇੱਕ ਦੇ ਵੱਸ ਦੀ ਗੱਲ ਥੋੜੋ ਹੈ। ਬ੍ਰਹਮਾ ਵਰਗਾ ਬਣ ਜਾਣਾ, 4 ਵੇਦਾਂ ਦਾ ਰਚੈਤਾ ਬ੍ਰਹਮਾ, ਕਿੱਡਾ ਆਲਮ ਫਾਜ਼ਲ ਹੈ, ਵਿਦਵਾਨ ਹੈ, ਬੜਾ ਡੂੰਘੀ ਸੋਚ ਵਾਲਾ, ਬੜੀ ਬਰੀਕੀ ਦੀ ਸੋਚ ਵਾਲਾ। ਔਰ ਜਿੱਥੇ ਮਨੁੱਖ ਇਹ ਕਹਿਣ ਲੱਗ ਜੇ ਵੀ ਸਰੀਰ ਮੇਰਾ ਕੀ ਹੈ,
परमात्मा की है, सूरज चंद्रमा की ने, ये सृष्टि चल किवें रही है, ये पानी किवें काम कर रहा है, ये हवा किवें काम कर रही है, इहनूं कौन पिछे चलाण वाला। इदां दियां बरीकी दियां सोचां जिहदे अंदर होण ना, एन डीपली सोचण लग जाए, और वो ब्रह्म वाली दृष्टि है। इउं कह लो ब्रह्मा जी का जीवन पढ़ोगे, जिमें भी मिथਿਆਲੋਜੀ ਦੇ ਵਿੱਚ लिखिया है, मिथਿਆਸ ਵਿੱਚ लिखिया है, जिमें भी पौराणिक प्रसंग ने, कथावां ने, ब्रह्मा यही सोचता सी भी ये सारा कुछ किवें अपने आप बारे हर एक मनुख के वस मन में इस तरह के सवाल नहीं खड़े होंदे। हारा बंदा अपने काम बारे सोचता है, दुकानदारी बारे सोचता है, खेतीबाड़ी बारे सोचता है, बच्चों बारे सोचता है, पर इहो जे सवाल खड़े होने भी सूरज चंद्रमा तारे पानी हवा ये सब कुछ किवें चल रहा है, कौन इन्हां नूं चलाउण वाला, किहने सृष्टि कायम कीती है, ये वड्डियां गल्लां ने। मतलब की है ये ब्रह्मा इंद्र देवता जिहड़ा है, शिव जिहड़ा है जिन्हों मौत का देवता मन्निया गया, विष्णु जिहड़ा रिजक दाता मन्निया गया, और महाराज कहते सुन सुन के बंदा ईश्वर की पदवी ते पहुंच जाता है। इहो जी अवस्था जिथे अमृत जहर का फर्क कोई नहीं है। आ महाराज सच्चे पातशाह कहते जिथे और बुद्धि इन्नी विकास विच भी आ जाए तो इन्नी बरीकी दे विच भी चले जाए, कुदरत बारे जानन लग जाए, और जां फिर जिवें आपां ऐसा पढ़ते हैं भी जिहड़े जोगी लोग सी उन्होंने अपने शरीर दीयां बारीकियां नूं जाने है, बहुत बरीकियां नूं, उहदा भी जिक्र महाराज अगे करनगे। चलो इत्थे है सुने ईश्वर ब्रह्मा इंद, एक बार फिर बेनती करा, ईश्वर वर्गा बन जाना है। इन्हां तो उम्र ही बहुत लंबियां मन्नियां गईयां ने। ब्रह्मा जी की उम्र देखियो जिवें इन्हां दी वंड कीती हुई है भी किन्ने लख वर्ष साल कही गई है। इंद्र देवते का कितना लम्मा चौड़ा जिक्र है। भगत रविदास साहब जी इत्थों तक कहते हैं बई परमेश्वर की कृपा दे नाल, परमात्मा की कृपा दे नाल, पूर्वले शुभ कर्मां की बदौलत ये जीवन मिले है, मनुखा देही मिली है, और ये नाम जपण वास्ते, बंदगी वास्ते, सिमरन वास्ते मिली है। पर जे मनुख इत्थे आके परमेश्वर का नाम नहीं जपदा है, भजन बंदगी नहीं करता है, ਉਹਦਾ जीवन बेअर्थ है। भावें ਉਹਦੇ ਕੋਲੇ इंद्र वर्गियां सारियां सुख सहूलतां भी क्यों ना होण, इंद्र वर्गी पदवी ते भी वो पहुंच जाए। दुर्लभ जन्म पुन फल पायो, बिरथा जात अविवेक है, राजे इंद्र समसर गृह आसन, बिन हर भगत कहो किह लेख है। सो एक गल सानू मन लैनी चाहिदी है, किसी दे मन विच ये नहीं आउणा चाहिए। वैसे हुण ते चलो समा नहीं है, हुण समा चेंज हो गया, हुण पढ़ाई लिखाई का युग है, हुण विज्ञान का ज्ञान का युग है, हुण ते बच्चा पढ़िया फिरदा है। और इस करके पर कई बारी किसी कारण करके कोई बच्चा रह गया पढ़नों, जां अनपढ़ता करके किसी के मन च ये आउंदा भी हाय मैं तां रह गया, बस मैं तां हुण रले नहीं सकदा दूजियां दे नाल। जिहड़ी दौड़ लगी है, मैं पढ़िया लिखिया का मुकाबला कदों कर लूँ, मैनू तो बस का बोर्ड नहीं पढ़ना आंदा, किधर नूं चलीए, मैं तो गलत वास्ते चढ़ के किते होरे जाके उतर जाऊँगा। मोड़ ते की लिखिया मैनूं तो नहीं पता लगता, मैं किसी होरे मोड़ मुड़ गया तो खबर है कित्थे जाके पहुँच जाऊँगा। हाँ, इस दौड़ दे विच पछड़ सकता है जिहड़ा मनुख अनपढ़ है, खिमा करना, जिन्हों पढ़ना लिखना नहीं आता, अखरी ज्ञान नहीं हैगा, उन्होंने बार बार पुछना पेगा। एक बंदा है इत्थों चलिया, मान लो चंडीगढ़ नूं चलिया, उन्होंने पुछण की लोड़ ही नहीं है, थां थां ते इंडीकेशन ने, रोड लिखे हुए ने, जिहड़ियां ने बोर्ड लगे हुए ने, बंदा अपनी 80-90 की स्पीड ते चला जाएगा, उन्होंने पुछण की लोड़ नहीं, ना रास्ता भटकेगा। एक बेचारा और वो तो बहुत दूर है, तो इत्थों किते नेड़े दे पिंड जाना होवे, उन्हें 20 बार उन्होंने पुछना पेगा कि जे किसी ने गलत रास्ते चढ़ाता फिर उसका टाइम बर्बाद है, एनर्जी बर्बाद है। इस दौड़ दे विच बिल्कुल मनुख पछड़िया होया महसूस करता और पछड़िया रहिंदा भी है। इस दौड़ दे विच कदों नहीं रीस करनी है, वो बाहर जमाड़ी जी स्पीड दऊगा, भजाऊगा गड्डी, फिर पुछूगा, फिर अगले नूं कहूगा भी रास्ता किहड़ा जांदा है, अगला फिर दसूगा, माड़ी जी स्पीड फड़ूगा, फिर पुछना पएगा, गड्डी स्पीड नहीं फड़ेगी तो कदों पहुंचेगा। इस दौड़ में जरूर पछड़ जाएगा, कोई दौरावा नहीं, पर इन्ना भी नहीं बंदे नूं इउं कह लो भी हौसला हारना चाहिए, जां अपने विच हीन भावना लैके आउणी चाहिदी है। ऐसा नहीं होना चाहिए भी शायद मैं परमात्मा की प्राप्ति दे जिहड़ी इस पासे एक तरह की साडी दौड़ है, जां असीं मुसाफर बन के चल रहे हैं, शायद उस दे विच भी मैं पछड़ जावांगा, ये कदे नहीं होना चाहिए। परमात्मा का जिहड़ा मिलाप वाला रस्ता है, जिहड़े आपां उस पासे नूं चले होए हैं,
ये एक तरह की यात्रा ते चले हुए, आपां सारे ही यात्रू हाँ, आपां सारे ही मुसाफिर हाँ। साडी मंजिल परमात्मा है, साडी मंजिल परमेश्वर है। इस करके असीं जन्मां जन्मांतरां तो आए हाँ, हुण भी चले हुए हाँ, राही हाँ, मुसाफिर हाँ। ते इस दौड़ दे विच याद रखियो, परमात्मा दे मिलाप वाले पासे ये नहीं हुंदा भी कोई अनपढ़ पिछे रह गया। इत्थे पढ़े लिखे भी पिछे रह सकते हैं, इत्थे आलम फाजिल भी पिछे रह सकते हैं, अनपढ़ हो सकता छेती दे नाल अगे चले जाण। क्योंकि इत्थे की है, इत्थे तां सुणन दा महात्म है, मनण दा महात्म है। आपां बाचांगे मनण दीआं पौड़ियां। इत्थे तां जिहने ध्यान नाल सुन लिया, भावें वो अनपढ़ है, भावें पढ़िया लिखिया है, जिन्हों कुछ भी नहीं आउंदा, जिन्हें सुन ली भी मेरे गुरु ने आ गल आखी है, मेरे सतगुरु ने गल आखी है, आपां बंध लई लड़, पल्ले बंध लई आपां गंढ दे लई, बस हुण छड्डना नहीं है। और वो सफलता हासिल करदा है। पर जिथे पढ़िया लिखिया भी होया भी कोई आलम फाजिल विद्वान ध्यान नाल सुनदा नहीं भी चल मैनूं तां पता ही है। बहुती बार ऐसा हुंदा, बहुते लोगों नूं जदों हो जाए ना भी ये गल सुनी हुई है, मैं वो ध्यान नहीं देंदा, ते वो सुनी हुई दे विच कोई गल इहो जी अणसुनी भी आ जाती है, तो उन्हें ही पछड़ जाता। मैं बहुत बार ऐसा वेख्या। चलो इत्थों कई बारी ना शाम की कथा का ज्यादा चक्कर पिया, घट्टो घट्ट गुरु की हजूरी च कह रहा 5-7 वार तां इहो जी खेड वापरी है। कोई जिहड़ा जिन्नी संगत इत्थे है सुनदी है ध्यान नाल, ध्यान नाल, अनपढ़ जिहड़े बाबा जी हैगे ने, बजुर्ग ने, बीबियां ने, वो भी ध्यान नाल सुनदे ने कली कली गल। पर इत्थे ना जदों हेठा उतर एक दिन एक बड़ा ज्ञानी पुरुष सीगा, वो पढ़िया लिखिया, वो मैनूं कहण लग्या ज्ञानी जी इधर आओ। मैं कहा जी हुक्म करो दसो। कहण लग्या तुसीं ना जिहड़ी आ गल आखी है ये इदां कही है, उहने मतलब काफ़ी चक्कर पा लिया। कहंदा ये गुरमत दे अनुकूल नहीं है। मैं कहा बजुर्गो भाई साहब जी जिहड़ी गल कीती है ऑन रिकॉर्ड है, ये सारी रिकॉर्ड हो रही है, ये सारी लाइव टैलीकास्ट है, एक एक गल का जवाब दे आ मैं, पर गल ये है भी तुसीं ध्यान नाल सुनी है। वो कहंदा मैं बथेरा पढ़िया होया, मैं बथेरी स्टडी की है, मैं ग्रंथ पढ़े ने, मैं भी जानता बोलण। मैं कहा जी वो ठीक है, पर जिहड़ा तुहाडा इतराज है वो दसो। कहंदा आ गल इदां है। मैं तुसीं पूरी गल सुनी है? कहने लगे पूरी तो मेरे बिच दी मैनूं वो मिलण आ गया सी, बिच दी मेरा 2 बारी फोन खड़क गया, मेरा थोड़ा ध्यान खिंड गया। मैं कहा आही तां प्रॉब्लम है, बस इत्थे ही आके मसला खड़ा हुंदा है। जे तां तुसीं पूरी गल सुनी है फिर तां शायद तुसीं मेरे ते सवाल ना करदे, फिर तुहाडी संतुष्टि हो जानी सी। पर जिहड़ा मसला ना तुहाडे मन दा, मैं कहा तुसीं आ गल कहनी चाहुंदे हो? कहंदा बिल्कुल मैं कहनी चाहुंदा। मैं कहा मैं कह आया, यही कह के आया, मैनूं पता है तेरे रंग ढंग तो भी तू ये कहनी चाहुंदा। मैं जिहड़ी गल दा तू इतराज करदा, मैं ओहदी उदाहरण दित्ती सीगी, मैं ओहदी उदाहरण दित्ती सी भी कुछ लोग इदां दीयां गल्लां भी करदे ने, ते तैनूं वो उदाहरण तां सुण गई। जिहड़ी गल गुरमत दा सिद्धांत मैं क्लीयर कीती है और उदों तेरा फोन बज गया कह लो, जां तेरा इधर तू किसी ने आवाज मार ली, बस वो गल सुनी नहीं, रौला तू पाई जाना। कहंदा हाँ आ गल तां हो सकती है। मेरा 5-7 मिनट मैं फोन च बिजी होया, मसला हो गया ना खड़ा। सुनन दा जे ध्यान नाल ना सुनिया जाए, गलत सुन लिया जाए, एक अद्धा शब्द भी इधर उधर हो जाए तां भी मसला खड़ा होंदा है। किसी का नाम भी गलत सुन लिया जाए, आवाज़ मारी है क्लास चो टीचर ने, वो सुनने वाले नूं होर ही सुन गया कुछ भी मेरा नाम, कईयां दे नाम एक जैसे होंदे ने और माड़ा जिहा फर्क होंदा है। एक नूं खड़ा कर लिया तो दूजे नूं खड़ा कर लिया तीजा, तो उथों चक्कर पै जांदा, वो मारा भी खा जांदा, कई बारी शाबाश भी मिलती है। इस करके सुनन दा जिहड़ा महात्म है ना वो बहुत वड्डा है, पर ध्यान नाल सुनिया जाए तदों, बरीकी नाल सुनिया जाए तदों। कई बारी माड़ियां माड़ियां गल्लां किते मासा भर भी अणसुनी हो गई गल जां इधर उधर हो गई, तो वो सारा ही उल्ट फुलट भी खेड वापर जाती है। महाराज जिहड़ा इत्थे बचन कर रहे ने, कहंदे ने जे कोई सुनन लग जाए, मर्ज कर रहा सी भी इत्थे पढ़े ते अनपढ़े का कोई मसला नहीं है। इत्थे सैकड़े बजुर्ग ऐसे मिलते हैं जिहड़े बिल्कुल जिन्होंने अखरी ज्ञान नहीं है, शब्द का ज्ञान नहीं है, अखरां की नॉलेज नहीं है, स्कूल नहीं गए, किताब पढ़ नहीं सकते, पर उन्होंने सिੱਖੀ कमाई है, गुरु की खुशियां लईआं ने उन्होंने। वो कहते नहीं असीं सुनिया सी भी झूठ नहीं बोलना चाहिए, असीं सुनिया सी रिश्वत लैनी देनी नहीं चाहिए, और ऐसे ऐसे लोग मैं वेखे ने, असीं सुनिया सी ज्ञानी जी बई जिहड़ी है ना पराया हक खाना पाप है, सुन लिया ना उन्होंने, बस हिरदे च वसा लिया, मुड़ के जिहड़ा सी पराया हक नहीं खादा।
ਅਸੀਂ ਸੁਣਿਆ ਸੀ ਝੂਠ ਬੋਲਣਾ ਪਾਪ ਹੈ, ਝੂਠ ਨਹੀਂ ਬੋਲੇ ਭਾਵੇਂ ਕੁਝ ਹੋ ਜਾਏ। ਔਰ ਇਹੋ ਜਿਹੇ ਅਨਪੜ੍ਹਾਂ ਨੂੰ ਸਲਾਮ ਹੈ, ਉਹ ਕਹਿੰਦੇ ਨਹੀਂ ਝੂਠ ਬੋਲੇ, ਜ਼ਿੰਦਗੀ ਦੇ ਇੰਨੇ ਸਾਲ ਹੋ ਗਏ, ਨਹੀਂ ਕੋਈ ਪਰਾਇਆ ਹੱਕ ਖਾਧਾ। ਪਰ ਦੂਸਰੇ ਪਾਸੇ ਖਿਮਾ ਕਰਨਾ, ਅਸੀਂ ਪੜ੍ਹਨ ਵਾਲੇ ਪੜ੍ਹੀ ਵੀ ਜਾਂਦੇ ਹਾਂ, ਉਹਦੀਆਂ ਵਿਆਖਿਆ ਵੀ ਕਰੀ ਜਾਂਦੇ ਹਾਂ, ਹਜ਼ਾਰਾਂ ਵਾਰ ਸੁਣਨ ਵਾਲਿਆਂ ਨੇ ਸੁਣਿਆ ਵੀ ਹੈ, ਪੜ੍ਹਨ ਵਾਲਿਆਂ ਨੇ ਪੜ੍ਹਿਆ ਵੀ ਹੈ, ਪਰ ਫਿਰ ਉਹੀ ਕੁਝ ਕਰੀ ਜਾਂਦੇ ਆ ਜੋ ਕੁਝ ਮਨਾ ਕੀਤਾ ਹੋਇਆ। ਗੱਲ ਤੇ ਅੱਗੇ ਮੰਨਣ ਦੀ ਆਏਗੀ ਨਾ, ਹਾਲੇ ਤਾਂ ਮਹਾਰਾਜ ਸੁਣਨ ਦੀ ਗੱਲ ਦੱਸ ਰਹੇ ਨੇ, ਅੱਗੇ ਮੰਨਣ ਦੀਆਂ ਪੌੜੀਆਂ ਆਉਣੀਆਂ ਨੇ। ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਪਾਓ। ਜੇ ਆਪਾਂ ਧਿਆਨ ਨਾਲ ਸੁਣਾਂਗੇ ਤਾਂ ਜਾ ਕੇ ਗੱਲ ਮੰਨੀ ਜਾਏਗੀ ਤੇ ਪ੍ਰਵਾਨ ਚੜ ਜਾਏਗੀ। ਔਰ ਬਹੁਤ ਵਾਰ ਐਸਾ ਹੁੰਦਾ, ਜੇ ਜੋ ਉਪਦੇਸ਼ ਦੇਤਾ ਮਹਾਰਾਜ ਜੀ ਨੇ, ਪ੍ਰੋਬਲਮ ਤੇ ਹੈ ਵੀ ਉਦੋਂ ਅਸੀਂ ਸੁਣ ਕੇ ਹਿਰਦੇ 'ਚ ਵਸਾਉਣਾ ਹੈ, ਹਿਰਦੇ 'ਚ ਵਸਾ ਕੇ ਖੇਡ ਬਾਣੀ ਆ। ਪਰ ਮਸਲਾ ਕੀ ਹੈ ਵੀ ਅਸੀਂ ਸੁਣਦੇ ਜ਼ਰੂਰ ਆ, ਸੁਣ ਕੇ ਛੱਡ ਦਿੰਦੇ ਆ। ਇਸੇ ਕਰਕੇ ਬਾਬਾ ਕਬੀਰ ਜੀ ਨੇ ਕਿਹਾ ਸੀ, ਕਹਿਣ ਲੱਗੇ ਬਾਬਾ ਕਬੀਰ ਸਾਹਿਬ ਕਹਿੰਦੇ ਬਈ ਸੱਚਾ ਸਤਿਗੁਰੂ ਨਾ ਐਡਾ ਸਮਰੱਥ ਹੈ, ਸੱਚਾ ਸਤਿਗੁਰੂ ਐਡਾ ਸਮਰੱਥ ਹੈ ਤੇ ਉਹਦੇ ਬਚਨਾਂ 'ਚ ਇਤਨੀ ਵੱਡੀ ਤਾਕਤ ਹੈ, ਜੇ ਕੋਈ ਉਹਦਾ ਵਚਨ ਧਿਆਨ ਨਾਲ ਸੁਣ ਲਵੇ ਉਹ ਆਵਾਗਾਉਂ ਦੇ ਚੱਕਰਾਂ 'ਚ ਨਹੀਂ ਪੈਂਦਾ, 84 ਲੱਖ ਜੂਨਾਂ ਦੇ ਗੇੜ 'ਚ ਨਹੀਂ ਪੈਂਦਾ, ਉਹਨੂੰ ਜਮਾਂ ਦੀਆਂ ਫਾਹੀਆਂ ਨਹੀਂ ਪੈਂਦੀਆਂ, ਉਹਨੂੰ ਕਦੇ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਔਰ ਮਹਾਰਾਜ ਜੀ ਦੇ ਐਸੇ ਬਚਨ ਬਾਣੀ ਦੇ ਵਿੱਚ ਹੈਗੇ ਨੇ। ਪਰ ਸਤਿਗੁਰੂ ਤੇ ਸਮਰੱਥ ਹੈ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਕਈ ਵਾਰ ਐਸਾ ਹੁੰਦਾ ਵੀ ਸੁਣਨ ਵਾਲਾ ਸਿੱਖ ਹੀ ਇਹੋ ਜਿਹਾ ਹੁੰਦਾ, ਉਹ ਸਤਿਗੁਰੂ ਦੇ ਵਚਨਾਂ ਨੂੰ ਧਿਆਨ ਨਾਲ ਸੁਣਦਾ ਨਹੀਂ, ਉਂਝ ਕਹੀ ਜਾਂਦਾ ਮੈਂ ਸਿੱਖਾਂ, ਪਰ ਠੋਕਰਾਂ ਵੀ ਖਾਂਦਾ ਹੈ, ਮਾਰਾਂ ਵੀ ਖਾਂਦਾ ਹੈ, ਸਾਰਾ ਕੁਝ। ਉੱਥੇ ਬਾਬਾ ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਗੋ ਦੋਸ਼ ਗੁਰੂ ਨੂੰ ਨਾ ਦਿਓ, ਦੋਸ਼ ਹੈ ਸੁਣਨ ਵਾਲੇ 'ਚ, ਦੋਸ਼ ਹੈ ਸਿੱਖ ਦੇ ਵਿੱਚ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ। ਉਹਨਾਂ ਨੇ ਉਦਾਹਰਨ ਦਿੱਤੀ ਹੈ ਇੱਥੇ, ਕਹਿੰਦੇ ਜਿਵੇਂ ਆਪਾਂ ਫੂਕਣੀ ਦੇ ਵਿੱਚ ਜਾਂ ਬਾਂਸ ਨਹੀਂ ਲੈ ਲੈਂਦੇ, ਬਾਂਸ ਦੇ ਵਿੱਚੋਂ ਦੀ ਇੱਕ ਵਾਰ ਸੇ ਫੂਕ ਮਾਰੋ ਤੇ ਦੂਸਰੇ ਪਾਸੇ ਨਿਕਲ ਜਾਂਦੀ ਹੈ, ਅੰਦਰੋਂ ਮਿਊਜ਼ਿਕ ਨਹੀਂ ਪੈਦਾ ਹੁੰਦਾ, ਸੰਗੀਤ ਨਹੀਂ ਪੈਦਾ ਹੁੰਦਾ, ਕੋਈ ਵਿਸ਼ਲ ਨਹੀਂ ਵੱਜਦੀ। ਬਾਂਸ ਦੇ ਵਿੱਚੋਂ ਜਿੱਦਾਂ ਦੀ ਫੂਕ ਮਾਰੀ ਉਦਾਂ ਦੀ ਨਿਕਲ ਜਾਂਦੀ ਹੈ। ਔਰ ਇਸੇ ਤਰ੍ਹਾਂ ਬਹੁਤੇ ਲੋਕ ਐਸੇ ਨੇ, ਖਿਮਾ ਕਰਨਾ, ਬਹੁਤੇ ਸਿੱਖ ਵੀ ਐਸੇ ਨੇ ਜਿਹੜੇ ਇੱਧਰ ਦੀ ਸੁਣਦੇ ਨੇ ਤੇ ਨਾਲ ਦੀ ਨਾਲ ਕੱਢੀ ਜਾਂਦੇ ਨੇ। ਬਸ ਇੱਧਰ ਦੀ ਸੁਣਿਆ ਤੇ ਇੱਧਰ ਦੀ ਕੱਢਤਾ, ਹਜ਼ਾਰਾਂ ਵਾਰੀ ਸੁਣਿਆ ਭਾਈ ਪਰ ਆਇਆ ਹੱਕ ਨਾ ਖਾਓ, ਪਰ ਕਿਹਨੇ ਛੱਡਿਆ ਬਈ, ਬੇਈਮਾਨੀਆਂ ਨਾ ਕਰੋ ਕਿਹਨੇ ਛੱਡੀਆਂ ਨੇ, ਔਰ ਗਲਤ ਕੰਮ ਨਾ ਕਰੋ ਕਿਹਨੇ ਛੱਡੀਆਂ ਨੇ, ਨਸ਼ੇ ਨਾ ਕਰੋ ਕਿਹਨੇ ਛੱਡੇ ਨੇ। ਕਾਰਨ ਕੀ ਹੈ? ਔਰ ਕਈ ਵਾਰੀ ਸਾਨੂੰ ਵੀ ਕਹਿ ਦਿੰਦੇ ਨੇ ਬਾਬਾ ਜੀ ਫਲਾਣਾ ਬੰਦਾ ਰੋਜ਼ ਆਉਂਦਾ, ਉਹਨੂੰ ਸਾਲਾਂ ਬੱਧੀ ਸਮਾਂ ਹੋ ਗਿਆ, ਉਹਨੂੰ ਇੰਨੇ ਸਾਲ ਹੋ ਗਏ ਮੈਨੂੰ ਵੇਖਦੇ ਨੂੰ, ਗੁਰਦੁਆਰੇ ਜਾਂਦਾ ਹੈ, ਬੈਠਦਾ ਵੀ ਹੈ, ਪਰ ਨਾ ਉਹਨੇ ਨਸ਼ੇ ਛੱਡੇ ਨੇ, ਨਾ ਚੋਰੀਆਂ ਛੱਡੀਆਂ ਨੇ, ਨਾ ਮਾੜੇ ਕੰਮ ਛੱਡੇ ਨੇ। ਫਿਰ ਕਹੀਦਾ ਭਾਈ ਇਹਦੇ ਵਿੱਚ ਗੁਰੂ ਦਾ ਕਸੂਰ ਨਹੀਂ ਹੈ, ਇਹਦੇ ਵਿੱਚ ਕਸੂਰ ਉਹਦਾ ਹੈ, ਉਹ ਜਾਂਦਾ ਜ਼ਰੂਰ ਹੈ ਪਰ ਜੋ ਸੁਣਦਾ ਉੱਥੇ ਹੀ ਛੱਡਿਆ ਆਉਂਦਾ, ਉਹ ਤਾਂ ਘਰ ਲੈ ਕੇ ਆਉਣਾ ਸੀ, ਹਿਰਦੇ ਦੇ ਵਿੱਚ ਵਸਾਉਣਾ ਸੀ, ਪਰ ਛੱਡਤਾ। ਔਰ ਕਿੰਨੇ ਹੀ ਲੋਕ ਹੁੰਦੇ ਨੇ। ਤੇ ਇੱਥੇ ਨਾ ਇੱਕ ਪ੍ਰਚਾਰਕ ਸੀਗਾ, ਉਹ ਚਲੋ ਬੜਾ ਵੱਡਾ ਪ੍ਰਚਾਰਕ, ਉਹ ਬੜਾ ਡਾਇਰੈਕਟ ਬੋਲਦਾ, ਔਰ ਉਹ ਜਾ ਕੇ ਉਹਨੇ ਬਹੁਤ ਕੁਝ ਐਸਾ ਕਹਿਣਾ ਸ਼ਰਾਬ ਦੇ ਸੰਬੰਧ ਵਿੱਚ, ਨਸ਼ਿਆਂ ਦੇ ਸੰਬੰਧ ਵਿੱਚ ਵੀ। ਆ ਜਿਹੜੀਆਂ ਬੀਬੀਆਂ ਤਰਫ ਲੈ ਲਾਉਂਦੀਆਂ ਨੇ, ਬਹੁਤ ਡਾਇਰੈਕਟ ਬੋਲਦਾ। ਉਹ ਇੱਕ ਦਿਨ ਉਹ ਕਿਤੇ ਪ੍ਰਚਾਰ ਕਰ ਰਿਹਾ ਸੀ, ਮੈਨੂੰ ਉਹ ਬੀਬੀ ਕਹਿਣ ਲੱਗੀ ਬਾਬਾ ਜੀ ਤਾਂ ਰੋਜ਼ ਸੁਣਨ ਜਾਂਦੇ ਆ, ਰੋਜ਼ ਸੁਣਦੇ ਆ। ਮੈਂ ਕਿਹਾ ਵੀ ਸ਼ਾਬਾਸ਼, ਪਰ ਤਬਦੀਲੀ ਇੱਕ ਪੈਸੇ ਦੀ ਨਹੀਂ ਸੀ ਉਹਦੇ 'ਚ, ਛੱਡਿਆ ਉਹਨੇ ਕੁਝ ਨਹੀਂ ਸੀਗਾ, ਜੋ ਵੀ ਬਾਹਰੋਂ ਹਾਰ ਸ਼ਿੰਗਾਰ ਸੀ ਜਾਂ ਖਾਣ ਪੀਣ ਉਹਦਾ। ਮੈਂ ਕਿਹਾ ਵੀ ਇਸ ਵਿਸ਼ੇ ਤੇ ਤਾਂ ਬਹੁਤ ਸਖਤ ਬੋਲਦੇ ਨੇ, ਕਈ ਵਾਰੀ ਤੇ ਉਹ ਐਡੇ ਸ਼ਬਦ ਸਖਤ ਬੋਲਦੇ ਨੇ ਵੀ ਸੁਣਨਾ ਵੀ ਔਖਾ ਹੋ ਜਾਂਦਾ ਹੈ। ਕਹਿਣ ਲੱਗੀ ਬਾਬਾ ਜੀ ਸੁਣਦੇ ਰਹਿੰਦੇ। ਮੈਂ ਕਿਹਾ ਫੇਰ? ਕਹਿੰਦੀ ਅਸੀਂ ਨੀਵੀਂ ਜੀ ਪਾ ਕੇ ਦੱਬੀ ਚੱਲੇ ਆ ਵੀ ਬਾਬਾ ਬੋਲੀ ਚੱਲ, ਅਸੀਂ ਵੀ ਆਈ ਜਾਣਾ, ਪਰ ਮੰਨਣਾ ਮੁੰਨਣਾ ਤੇ ਪਿੱਛੇ ਹੈ ਗੱਲ, ਤਬਦੀਲੀ ਉਹਨਾਂ 'ਚ ਵੀ ਕੋਈ ਨਹੀਂ ਹੈ। ਇਸੇ ਕਰਕੇ ਆਪਾਂ ਬਾਣੀ 'ਚੋਂ ਕਿੰਨੀ ਵਾਰ ਇਹ ਸ਼ਬਦ ਪੜ੍ਹਦੇ ਹਨ, ਸੁਣਨਾ ਜੇ ਕਿਤੇ ਧਿਆਨ ਨਾਲ ਸੁਣਿਆ ਜਾਏ ਤਾਂ ਇਹ ਗੱਲ ਸਮਝਿਓ, ਈਸ਼ਰ ਦੀ ਪਦਵੀ, ਬ੍ਰਹਮਾ ਵਰਗੀ ਪਦਵੀ ਤੇ ਇੰਦਰ ਵਰਗੀਆਂ ਪਦਵੀਆਂ ਪ੍ਰਾਪਤ ਹੋ ਸਕਦੀਆਂ ਨੇ। ਜੇ ਨਹੀਂ ਸੁਣਿਆ ਤੇ ਫਿਰ ਕੱਖ ਵੀ ਪ੍ਰਾਪਤ ਨਹੀਂ ਹੁੰਦਾ। ਅਗਲੀ ਗੱਲ ਜਿਹੜੀ ਮਹਾਰਾਜ ਕਹਿ ਰਹੇ ਨੇ, ਸੁਣਿਆ ਮੁਖ ਸਲਾਹਣ ਮੰਦ। ਕਹਿੰਦੇ ਜੇ ਸੁਣਿਆ ਜਾਵੇ ਨਾ, ਮਾੜੇ ਤੋਂ ਮਾੜਾ ਪੁਰਸ਼ ਜਿਹੜਾ ਹੈ, ਭੈੜੇ ਤੋਂ ਭੈੜਾ ਪੁਰਸ਼ ਹੈ, ਜਿਹੜਾ ਗਾਲਾਂ ਹੀ ਕੱਢੀ ਜਾਂਦਾ ਹੈ, ਗਾਲਾਂ ਹੀ ਕੱਢੀ ਜਾਂਦਾ ਹੈ, ਚੁਗਲੀ ਨਿੰਦਿਆ ਹੀ ਕਰੀ ਜਾਂਦਾ ਹੈ, ਆਵਾ ਤਾਵਾ ਹੀ ਬੋਲੀ ਜਾਂਦਾ ਹੈ, ਜਿਹਦੇ ਕੰਟਰੋਲ ਹੀ ਨਹੀਂ ਹੈ, ਜਿਹੜਾ ਕੋਈ ਚੱਜ ਦਾ ਸ਼ਬਦ ਕਹਿ ਨਹੀਂ ਸਕਦਾ। ਬੜੇ ਵੱਡੇ ਬੰਦੇ ਹੁੰਦੇ ਨੇ ਇਸ ਤਰ੍ਹਾਂ ਦੇ। ਮਹਾਰਾਜ ਕਹਿੰਦੇ ਜੇ ਕਿਤੇ ਧਿਆਨ ਨਾਲ ਗੁਰੂ ਦੀ ਗੱਲ, ਪਰਮੇਸ਼ਰ ਦੀ ਗੱਲ, ਰੱਬ ਜੀ ਦੀ ਗੱਲ, ਬਾਣੀ ਦੀ ਗੱਲ ਕੋਈ ਸੁਣ ਲਵੇ ਨਾ ਧਿਆਨ ਨਾਲ, ਇਹੋ ਜਿਹਾ ਜ਼ੁਬਾਨ ਤੋਂ ਮਾੜਾ ਬੋਲਣ ਵਾਲਾ ਬੰਦਾ ਵੀ ਆਪਣੀ ਜ਼ੁਬਾਨ ਚੋਂ ਪ੍ਰਮਾਤਮਾ ਦੀਆਂ ਸਿਫਤਾਂ ਕਰਨ ਲੱਗ ਜਾਏਗਾ।
ਐਸਾ ਹੁੰਦਾ। ਇਸ ਤਰ੍ਹਾਂ ਦੇ ਲੋਕ ਤੇ ਆਪਾਂ ਨੂੰ ਮਿਲ ਜਾਂਦੇ ਨੇ ਸਮਾਜ ਦੇ ਵਿੱਚ। ਜਿਹੜਾ ਜਵਾਨ ਚੋਂ ਗਾਲਾਂ ਤੋਂ ਬਿਨਾਂ ਨਹੀਂ ਬੋਲਦਾ, ਮਾਂ ਭੈਣ ਨੂੰ ਇੱਕ ਵਾਰੀ ਰੱਖਦਾ ਹੈ, ਬਹੁਤ ਸਾਰੇ ਬੰਦੇ, ਪਰ ਜੇ ਕਿਤੇ ਉਹ ਕੋਈ ਚੱਜ ਦੀ ਗੱਲ ਸੁਣ ਲਵੇ, ਕੋਈ ਗੁਰੂ ਦੀ ਬਾਣੀ ਦੀ ਗੱਲ, ਬਈ ਭਾਈ ਤੇਰੇ ਬੋਲਣ ਨਾਲ ਐਦਾਂ ਦੀ ਚੀਜ਼ ਹੈ, ਮਹਾਰਾਜ ਕਹਿੰਦੇ ਮੂੰਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ। ਫਿਰ ਬੰਦਾ ਕਹਿੰਦਾ ਵੀ ਆਪਾਂ ਕਸਮ ਖਾਧੀ, ਅੱਜ ਤੋਂ ਬਾਅਦ ਆਪਾਂ ਕਿਸੇ ਨੂੰ ਗਾਲ ਨਹੀਂ ਕੱਢਣੀ, ਅੱਜ ਤੋਂ ਬਾਅਦ ਆਪਾਂ ਕਿਸੇ ਨੂੰ ਉੱਚੇ ਸ਼ਬਦ ਨਹੀਂ ਬੋਲਣੇ, ਅੱਜ ਤੋਂ ਬਾਅਦ ਆਪਾਂ ਕਿਸੇ ਦੀ ਨਿੰਦਿਆ ਤੇ ਚੁਗਲੀ ਨਹੀਂ ਕਰਨੀ, ਤੇ ਆਪਾਂ ਨੇ ਜ਼ੋਰ ਦੇਣਾ ਐਸੇ ਜ਼ਬਾਨ ਦੇ ਨਾਲ ਹੁਣ ਪਰਮਾਤਮਾ ਦੀਆਂ ਸਿਫਤਾਂ ਕਰਿਆ ਕਰਨੀਆਂ ਨੇ, ਪਰਮਾਤਮਾ ਦੀ ਵਡਿਆਈ ਕਰਿਆ ਕਰਨੀ ਹੈ। ਬਹੁਤ ਸਾਰੇ ਬੰਦੇ ਹੁੰਦੇ ਨੇ, ਬਾਬਾ ਜੀ ਬੜਾ ਝੂਠ ਬੋਲਦੇ ਸੀ, ਛੱਡਤਾ ਹੁਣ, ਬੜਾ ਹੀ ਗੱਪ ਮਾਰਦੇ ਸੀ, ਗੱਪ ਛੱਡ ਤੇ। ਬਹੁਤੇ ਬੰਦੇ ਗੱਪ ਮਾਰੀ ਜਾਂਦੇ ਨੇ, ਗੱਪ ਵੀ ਪ੍ਰਵਾਨ ਨਹੀਂ ਹੈ। ਇੱਥੇ ਕੀ ਹੈ, ਸੁਣਿਆ, ਸੁਣਨ ਦੇ ਨਾਲ ਮੁੱਖ ਸਲਾਹਣ ਮੰਦ, ਮੰਦਿਆ ਬੋਲਣ ਵਾਲੇ ਵੀ, ਮੰਦੀ ਸੋਚ ਵਾਲੇ ਵੀ, ਮੰਦੇ ਪੁਰਸ਼ ਵੀ ਪਰਮਾਤਮਾ ਦੀਆਂ ਸਿਫਤਾਂ ਮੂੰਹ ਚੋਂ ਕਰਨ ਲੱਗ ਜਾਂਦੇ ਨੇ। ਮਹਾਰਾਜ ਨੇ ਬਾਣੀ 'ਚ ਇਸ਼ਾਰੇ ਕੀਤੇ ਨੇ ਅਜਾਮਲ ਵਰਗਿਆਂ ਦੇ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਨਾ। ਕੀ ਪੜ੍ਹਦਾ ਸੀ ਉਹ? ਗਨਕਾ ਪਾਪਣ ਜਿਹੜੀ ਸੀ, ਗਨਕਾ ਵੇਸ਼ਵਾ ਜਿਹੜੀ ਸੀ, ਉਹਦਾ ਆਪਾਂ ਜੀਵਨ ਪੜ੍ਹਦੇ ਹਾਂ। ਜਿਹਨੂੰ ਇੱਕ ਮਹਾਂਪੁਰਸ਼ ਨੇ ਆ ਕੇ ਤੋਤਾ ਦੇਤਾ ਸੀ ਵੀ ਇਹਨੂੰ ਜਪਾਇਆ ਕਰ, ਉਹ ਕਹਿੰਦੀ ਮੈਂ ਤਾਂ ਆਪ ਨਹੀਂ ਜਪਿਆ ਕਦੇ, ਮੈਂ ਤਾਂ ਇਹਦੇ ਨੇੜੇ ਵੀ ਨਹੀਂ ਗਈ ਰੱਬ ਦੇ ਨਾਮ ਦੇ। ਆਪਾਂ ਨੇ ਤਾਂ ਜਿੱਦਾਂ ਦਾ ਜੀਵਨ ਰਿਹਾ, ਉਹਨੇ ਤੋਤਾ ਦੇਤਾ। ਸੰਪਰਦਾਈ ਵਿਦਵਾਨ ਜਾਂ ਕੁਝ ਵਿਦਵਾਨ ਐਸਾ ਕਹਿੰਦੇ ਨੇ ਵੀ ਉਹਨੇ ਕਹਿਤਾ ਸੀ ਵੀ ਤੂੰ ਇਹਨੂੰ ਮਰਾ ਮਰਾ ਜਪਾਇਆ ਕਰ। ਉਹ ਮਰਾ 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 ਤੋਂ ਰਾਮ ਰਾਮ ਬਣ ਗਿਆ। ਸੋ ਕਹਿਣ ਤੋਂ ਭਾਵ ਇਹ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਗਨਕਾ ਸੂਆ ਪੜਾਵਤ ਗਨਕਾ ਤਰੀ, ਉਹ ਵੀ ਇਸ ਪਾਸੇ ਆ ਗਈ। ਉਹਨੇ ਗੱਲ ਸੁਣੀ ਮਹਾਂਪੁਰਸ਼ਾਂ ਦੀ ਤੇ ਉਹਨੂੰ ਮੰਨਿਆ, ਪੜਾਉਣ ਲੱਗੀ ਤੋਤੇ ਨੂੰ, ਸੂਆ ਪੜਾਵਤ ਗਨਕਾ ਤਰੀ, ਉਹਦਾ ਪਾਰ ਉਤਾਰਾ ਹੋ ਗਿਆ। ਮਤਲਬ ਕਿੱਦਾਂ ਦਾ ਜੀਵਨ ਸੀ, ਕਿੱਦਾਂ ਦੀ ਗਿਰਾਵਟ ਸੀਗੀ, ਆਚਰਣ ਕਿੱਦਾਂ ਦਾ ਸੀ, ਸਰੀਰ ਵੇਚਦੀ ਸੀ। ਔਰ ਪਰ ਜਦੋਂ ਕੋਈ ਮਹਾਂਪੁਰਸ਼ ਮਿਲਿਆ, ਉਹਦੀ ਗੱਲ ਨੂੰ ਧਿਆਨ ਨਾਲ ਸੁਣਿਆ, ਜੀਵਨ 'ਚ ਤਬਦੀਲੀ ਆਈ ਹੈ ਨਾ। ਜੇ ਨਾ ਕਿਤੇ ਧਿਆਨ ਨਾਲ ਸੁਣਦੀ ਵੀ ਚਲੋ ਇਹੋ ਜਿਹੇ ਮਹਾਂਪੁਰਸ਼ ਤੇ ਰਹਿੰਦੇ ਹੀ ਨੇ, ਆਪਾਂ ਤੇ ਆਪਣੇ ਕੰਮ ਵੱਲ ਵੇਖਣਾ, ਖਿਮਾ ਕਰਨਾ, ਕਿਤੇ ਉਹ ਗਨਕਾ ਬਵਾਨਾਂ ਤੇ ਚੜ੍ਹ ਕੇ ਜਾ ਸਕਦੀ ਸੀ? ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ, ਫਿਰ ਉਹ ਬਵਾਨ ਆਏ ਉਸ ਗਨਕਾ ਨੂੰ ਲੈਣ ਵਾਸਤੇ, ਉਹਦੀਆਂ ਵਡਿਆਈਆਂ ਹੋਈਆਂ, ਜਿਹਦਾ ਜ਼ਿਕਰ ਮਹਾਰਾਜ ਨੇ ਬਾਣੀ 'ਚ ਵੀ ਕੀਤਾ ਹੈ ਔਰ ਭਾਈ ਗੁਰਦਾਸ ਨੇ ਆਪਣੀ ਬਾਣੀ ਦੇ ਵਿੱਚ ਤਾਂ ਬਿਆਨਤਵਾਰ ਕੀਤਾ ਹੈ। ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਆਚਾਣ ਚਾ ਗਨਕਾ ਬਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦਿੱਤੋਨ ਤੋਤਾ। ਉਹ ਲੰਮੀ ਚੌੜੀ ਮਹਾਰਾਜ ਭਾਈ ਗੁਰਦਾਸ ਜੀ ਨੇ ਪੜ੍ਹੀ ਦਿੱਤੀ ਹੈ। ਇਸ ਕਰਕੇ ਜਿਹੜਾ ਹੈ ਸੁਣਿਆ ਮੁੱਖ ਸਲਾਹਣ ਮੰਦ, ਔਰ ਸੁਣਨ ਦੇ ਨਾਲ ਬੰਦਾ ਮੂੰਹ ਤੋਂ ਮੰਦੀਆਂ ਗੱਲਾਂ ਕਹਿਣੀਆਂ ਛੱਡ ਦਿੰਦਾ, ਮਾੜਾ ਬੋਲਣਾ ਛੱਡ ਦਿੰਦਾ, ਔਰ ਫਿਰ ਉਹ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਪਾਸੇ ਆ ਜਾਂਦਾ ਹੈ। ਤੇ ਮਹਾਰਾਜ ਕਿਰਪਾ ਕਰਨ, ਆਪਾਂ ਰੋਜ਼ ਪੜ੍ਹਦੇ ਹਾਂ ਵੀ ਮੂੰਹ ਤੋਂ ਵਿੱਚੋਂ ਨਾ ਐਸੇ ਸ਼ਬਦ ਨਾ ਬੋਲੇ ਜਾਣ। ਬਾਬਾ ਫਰੀਦ ਜੀ ਇੱਕ ਥਾਂ ਤੇ ਕਹਿੰਦੇ ਨੇ ਸਭ ਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ, ਜੇ ਤਉ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਕਹਿੰਦੇ ਬਈ ਜੇ ਤੈਨੂੰ ਰੱਬ ਨੂੰ ਮਿਲਣ ਦੀ ਚਾਹਨਾ ਰੱਖਦਾ ਨਾ, ਤੂੰ ਇੱਕ ਗੱਲ ਯਾਦ ਰੱਖ, ਸਭਨਾਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ, ਕਿਸੇ ਦੇ ਹਿਰਦੇ ਨੂੰ ਸੱਟ ਨਾ ਮਾਰੀ, ਕਿਸੇ ਦੇ ਹਿਰਦੇ ਨੂੰ ਠੇਸ ਨਾ ਪਹੁੰਚਾਈ। ਔਰ ਅਸੀਂ ਬੋਲਾਂ ਦੇ ਨਾਲ ਹੀ ਠੇਸ ਪਹੁੰਚਾ ਦਿੰਦੇ ਹਾਂ। ਬਹੁਤ ਵਾਰ ਬੰਦੇ ਨੂੰ ਪੀੜਾ ਹੁੰਦੀ ਹੈ। ਬਹੁਤ ਵਾਰ ਅਸੀਂ ਇੱਥੇ ਆ ਕੇ ਵੀ, ਮੈਨੂੰ ਖਿਮਾ ਕਰਨਾ, ਇੱਕ ਬੇਨਤੀ ਕਰਾਂ ਨਾ, ਸਾਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਇਤਨਾ ਕੁ ਰੱਖਣਾ ਚਾਹੀਦਾ ਹੈ ਵੀ ਤਾਂ ਕਿ ਅਸੀਂ ਕਿਸੇ ਦੇ ਹਿਰਦੇ ਨੂੰ ਠੇਸ ਨਾ ਪਹੁੰਚਾਈਏ। ਪਹਿਲਾਂ ਪਤਾ ਕੀ ਹੁੰਦਾ ਸੀ, ਜਾਣ ਬੁੱਝ ਕੇ ਸ਼ਬਦ ਇਹੋ ਜਿਹੇ ਬੋਲਦੇ ਆ ਵੀ ਇਹਨੂੰ ਸੱਟ ਵੱਜੇ, ਫਿਰ ਉਹਦਾ ਅਸਰ ਸਾਨੂੰ ਵੀ ਉਲਟਾ ਮਿਲਦਾ, ਫਿਰ ਉਹਦਾ ਰਿਜ਼ਲਟ ਸਾਨੂੰ ਵੀ ਭੁਗਤਣਾ ਪੈਂਦਾ। ਇੱਥੇ ਇੱਕ ਬੀਬੀ ਆਈ ਅਰਦਾਸ ਕਰਾਉਣ, ਤਖਤ ਸਾਹਿਬ ਦੀ ਘਟਨਾ ਹੈਗੀ, ਜਿਵੇਂ ਆਪਾਂ ਬੈਠੇ ਨਾ ਇੱਦਾਂ ਹੀ ਉਹ ਕਥਾ 'ਚ ਬੈਠੀ ਸੀ। ਉਹਨੇ ਕੋਈ ਅਰਦਾਸ ਕਰਾਣੀ ਸੀਗੀ, ਉਹਦੀ ਕੋਈ ਬਹੁਤ, ਚਲੋ ਉਹਨੇ ਕੋਈ ਅਰਦਾਸ ਕਰਾਣੀ ਸੀ। ਕਥਾ ਤੋਂ ਬਾਅਦ 'ਚ ਜਦੋਂ ਇੱਥੇ ਉੱਠ ਕੇ ਬੀਬੀਆਂ ਵਾਲੇ ਪਾਸੇ ਬੈਠੀ ਤੇ ਅਰਦਾਸ ਕਰਾਉਣ, ਉਹ ਮੈਂ ਇੱਥੇ ਡੀਕਾਂ ਵੀ ਚਲੋ ਆਊਗੀ, ਦੇਗ ਲਿਆਏ। ਉਹਦੇ ਪਰਿਵਾਰ ਵਾਲੇ ਮੈਂਬਰ ਉਹ ਲੱਭੇ ਨਾ ਸੀ। ਇੱਧਰ ਦੇਖਿਆ, ਪਿੱਛੇ ਬੈਠੀ ਆਪਣੇ ਤਖਤ ਸਾਹਿਬ ਦੇ ਬੈਕ ਸਾਈਡ। ਉਹਨੂੰ ਜਾ ਕੇ ਪੁੱਛਿਆ, ਉਹ ਤਾਹੋ ਤਾਹੀ ਰੋਵੇ, ਅੱਖਾਂ 'ਚੋਂ ਅਥਰੂ ਬਹਿਣ। ਉਹਦੇ ਬੜੀ ਹੈਰਾਨਗੀ ਹੋ ਗਈ, ਗੱਲ ਕੀ ਹੋ ਗਈ ਇੱਥੇ ਉਹ ਮੈਨੂੰ ਆਖਿਆ, ਭੈਣ ਜੀ ਗੱਲ ਕੀ ਹੈ? ਉਹ ਕਹਿਣ ਲੱਗੀ, ਬਾਬਾ ਜੀ ਗੱਲ ਇਹ ਆ ਵੀ ਮੈਂ ਨਾ ਬੀਬੀਆਂ ਵਾਲੇ ਪਾਸੇ ਬੈਠਣਾ, ਮੈਂ ਬੈਠਣ ਲੱਗੀ ਸੀ, ਕਿਤੇ ਮਾੜਾ ਮੋਟਾ ਗੋਡਾ ਕਿਸੇ ਬੀਬੀ ਨਾਲ ਖਹਿ ਗਿਆ। ਕਹਿੰਦੇ ਜਿਹੜੀ ਤੇ ਖਹਿਆ ਨਾ, ਜਿਹੜੀ ਦੇ ਨਾਲ ਵੀ ਔਰ ਮਾੜਾ ਮੋਟਾ ਬੈਠਣ ਦੇ ਨਾਲ, ਉਹਨੇ ਇਹੋ ਜਿਹੇ ਸ਼ਬਦ ਕਹੇ ਨੇ ਬਾਬਾ ਜੀ ਮੇਰੇ ਲਈ,
ਅੱਜ ਨਾ ਮੇਰੇ ਹਿਰਦੇ ਨੂੰ ਐਡੀ ਸੱਟ ਵੱਜੀ ਔਰ ਰੋੜੋਂ ਨਾ ਹਟੇ। ਮੈਂ ਗੁਰੂ ਕੀ ਹਜ਼ੂਰੀ 'ਚ ਕਹਿ ਰਿਹਾ ਇਹ ਗੱਲ। ਔਰ ਕਹਿਣ ਲੱਗੀ, ਸੰਗਤ ਦੇ ਵਿੱਚ ਬੈਠਿਆ ਬੀਬੀ ਨੇ ਇਹੋ ਜਿਹੇ ਸ਼ਬਦ ਮੇਰੇ ਲਈ ਬੋਲਤੇ, ਸ਼ਾਇਦ ਮੇਰੇ ਮਰਦੇ ਦਮ ਤੱਕ ਨਾ ਨਿਕਲਣਾ। ਮੈਂ ਕਿਹਾ ਐਡੀ ਕਿਹੜੀ ਗੱਲ ਹੋ ਗਈ? ਕਹਿੰਦੀ ਮੈਂ ਜੋ ਆਸ ਲੈ ਕੇ ਆਈ ਸੀ, ਮੈਨੂੰ ਲੱਗਦਾ ਵੀ ਸ਼ਾਇਦ ਖੇਡ ਕਿਸੇ ਹੋਰ ਪਾਸੇ ਨੂੰ ਤੁਰ ਗਈ ਹੈ। ਮੈਂ ਕਿਹਾ ਵੀ ਬੀਬੀ ਕਿਹੜੀ ਹੈ ਹੁਣ? ਚਲੋ ਬੀਬੀ ਨੂੰ ਕੀ ਆਪਾਂ ਕਹਾਂਗੇ, ਜਿਵੇਂ ਜੋ ਹੋ ਗਿਆ, ਕਿਉਂਕਿ ਜਵਾਨ ਚੋਂ ਨਿਕਲਿਆ ਹੋਇਆ ਬੋਲ ਕਦੇ ਵਾਪਸ ਥੋੜ੍ਹਾ ਆਉਂਦਾ। ਤੀਰ ਚੋਂ, ਕਮਾਨ ਚੋਂ ਨਿਕਲਿਆ ਹੋਇਆ ਤੀਰ ਕਦੇ ਵਾਪਸ ਆਉਂਦਾ। ਮੈਂ ਉਹਨੂੰ ਆਖਿਆ, ਮੈਂ ਕਿਹਾ ਮਹਾਰਾਜ ਕਿਰਪਾ ਕਰਨ, ਮਹਾਰਾਜ ਦੇ ਚਰਨਾਂ 'ਚ ਆਪਾਂ ਇਹ ਵੀ ਅਰਦਾਸ ਕਰ ਦਿਆਂਗੇ, ਵਾਹਿਗੁਰੂ ਸੁੱਖ ਰੱਖੇ, ਜਿਵੇਂ ਤੁਸੀਂ ਭਾਵਨਾ ਲੈ ਕੇ ਆਇਓ ਖੇਡ ਬਣੇ, ਜੋ ਤੁਹਾਡੀ ਇੱਛਾ ਉਹ ਸੱਚੇ ਪਾਤਸ਼ਾਹ ਪੂਰੀ ਕਰੇ। ਪਰ ਇਹ ਜਿਹੜੀ ਚੀਜ਼ ਹੈ ਇਹਨਾਂ ਨੂੰ ਮਨ ਤੇ ਨਹੀਂ ਲਾਉਣਾ ਵੀ ਪਤਾ ਨਹੀਂ ਉਹਨੇ ਜੋ ਬਚਨ ਕਹੇ ਤੇ ਹੁਣ ਉਹ ਵੱਡੇ ਗੁਰੂ ਤੋਂ ਵੀ ਵੱਡੇ ਹੋ ਗਏ ਨੇ। ਉਹਨੇ ਖਬਰ ਹੈ ਘਰੋਂ ਤਪੀ ਹੋਈ ਆਈ ਹੋਣੀ ਹੈ, ਕਿਵੇਂ ਵਿਚਾਰੀ, ਉਹ ਵੀ ਉਹਦੀ ਆਪਣੀ ਪ੍ਰੋਬਲਮ ਹੋਣੀ ਹੈ, ਘਰੋਂ ਕਿਵੇਂ ਔਖੀ ਹੋ ਕੇ ਆਈ ਹੈ, ਕਿਤੇ ਨਹੁੰ ਸੱਸ ਨਾਲ ਲੜ ਕੇ ਆਈ ਹੋਣੀ ਹੈ, ਜਾਉਂਦੇ ਖਬਰ ਹੈ ਕਿੱਥੇ ਉਹਦੀ ਸੋਚ ਫਿਰਦੀ ਸੀ, ਉਹਨੇ ਕੀ ਕਹਿਤਾ। ਇਸ ਚੀਜ਼ ਨੂੰ ਪਾਸੇ ਰੱਖ ਦੇ, ਤੂੰ ਇਹ ਸੋਚ ਵੀ ਆਪਾਂ ਤੇ ਗੁਰੂ ਸੱਚੇ ਪਾਤਸ਼ਾਹ ਦੀ ਅਸੀਸ ਲੈਣੀ ਹੈ। ਮੈਂ ਜਿਹੜੀ ਸਿਰ ਬੇਨਤੀ ਕਰ ਰਿਹਾ ਸੀ, ਮੈਨੂੰ ਗੱਲ ਨਹੀਂ ਭੁੱਲਦੀ, ਉਹ ਸਾਰੀ ਗੱਲ ਦਾ ਪਤਾ ਹੈ। ਤੇ ਇਸ ਕਰਕੇ ਕਈ ਵਾਰੀ ਅਸੀਂ ਇਹੋ ਜਿਹੇ ਸ਼ਬਦ ਕਹਿ ਦਿੰਦੇ ਹਾਂ ਤੇ ਉਦੋਂ ਵੀ ਜਿਹੜੀ ਹੈ ਵੱਡੀ ਮੁਸ਼ਕਲ ਖੜੀ ਹੋ ਜਾਂਦੀ ਹੈ, ਜਦੋਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਆਹ ਚੀਜ਼ ਦਾ ਧਿਆਨ ਰੱਖਣਾ। ਮੂੰਹ ਦੇ ਵਿੱਚੋਂ ਮੰਦਾ ਬੋਲਣ ਵਾਲੇ ਵੀ ਚੰਗਾ ਬੋਲਣ ਲੱਗ ਜਾਂਦੇ ਨੇ, ਜਿਹੜੇ ਲੋਕਾਂ ਨੂੰ ਦੁਰ ਅਸੀਸਾਂ ਦਿੰਦੇ ਨੇ ਨਾ, ਉਹ ਵੀ ਅਸੀਸਾਂ ਦੇਣ ਲੱਗ ਜਾਂਦੇ ਨੇ। ਉਹ ਕਹਿੰਦੇ ਨਹੀਂ ਬਈ, ਸਾਡੇ ਤੇ ਗੁਰੂ ਨੇ ਆਖਿਆ ਸੀ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲਾ ਸਭ ਕੁਝ ਪਾਏ। ਜੇ ਸਾਡਾ ਮਾੜਾ ਕਰਦਾ ਮਹਾਰਾਜ ਇਹਨੂੰ ਵੇਖੂਗਾ। ਅਸੀਂ ਕੋਈ ਇਹੋ ਜਿਹੀ ਅਰਦਾਸ ਜਾਂ ਦੁਰ ਅਸੀਸ ਨਹੀਂ ਦੇਣੀ, ਅਸੀਂ ਆਪਣਾ ਕੰਮ ਕਰੀ ਜਾਣਾ, ਮਹਾਰਾਜ ਨੇ ਇਹਨਾਂ ਨੂੰ ਆਪਣੇ ਹਿਸਾਬ ਨਾਲ ਫਲ ਦੇ ਦੇਣਾ। ਪ੍ਰਿਥੀ ਚੰਦ ਕਿੰਨਾ ਕੁਝ ਬੋਲਦਾ ਰਹਿੰਦਾ ਸੀ, ਕਦੇ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹੋ ਜਿਹਾ ਕੋਈ ਸ਼ਬਦ ਬੋਲੇ ਉਹਨਾਂ ਨੂੰ, ਕੋਈ ਬਦਲੇ ਦੇ ਵਿੱਚ ਕੋਈ ਮੋੜਵਾਂ ਹੋ ਜਿਹਾ ਜਵਾਬ ਦਿੱਤਾ? ਨਹੀਂ। ਤੀਜੀ ਗੱਲ ਜਿਹੜੀ ਮਹਾਰਾਜ ਕਹਿੰਦੇ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਨ ਦੇ ਨਾਲ ਹੀ ਜੋਗ ਜਿਹੜਾ ਹੈ, ਜੋਗ ਦੀਆਂ ਜਿਹੜੀਆਂ ਜੁਗਤੀਆਂ ਨੇ ਉਹਦਾ ਭੇਤ ਆਉਂਦਾ। ਤਨ ਬਾਰੇ ਬੰਦੇ ਨੂੰ ਬਰੀਕੀ 'ਚ ਪਤਾ ਲੱਗਦਾ, ਆਹ ਤਨ ਕੀ ਹੈ, ਸਰੀਰ ਕੀ ਹੈ, ਸਰੀਰ ਦੇ ਅੰਦਰ ਕੰਮ ਕਿਵੇਂ ਸਾਰਾ ਕੁਝ ਚੱਲਦਾ। ਹੁਣ ਤਾਂ ਭਾਵੇਂ ਸਾਇੰਸ, ਮੈਡੀਕਲ ਸਾਇੰਸ ਆ ਗਈ ਹੈ, ਸਾਰਾ ਕੁਝ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਹੈ, ਸਾਰਾ ਕੁਝ ਸਟੱਡੀ ਕਰਵਾਈ ਜਾਂਦੀ ਹੈ, ਪਰ ਕਦੇ ਵਕਤ ਸੀਗਾ ਜੋਗੀਆਂ ਨੂੰ ਹੀ ਪਤਾ ਹੁੰਦਾ ਸੀ, ਸਿਰਫ ਜੋਗੀ ਲੋਕਾਂ ਨੂੰ ਪਤਾ ਹੁੰਦਾ ਸੀ ਵੀ ਕਿੰਨੀਆਂ ਨਾੜੀਆਂ ਨੇ, ਕਿਹੜੀ ਨਾੜੀ ਦਾ ਕੀ ਕੰਮ ਹੈ, ਕਿਵੇਂ ਸਵਾਸ ਉੱਪਰ ਚੜਾਉਣੇ ਨੇ, ਕਿਵੇਂ ਲਾਉਣੇ ਨੇ, ਨਾਸਕਾ ਰਾਹੀਂ ਕੱਪੜਾ ਪਾ ਕੇ ਦੂਸਰੇ ਨਾਸਕਾ ਰਾਹੀਂ ਕੱਢ ਕੇ ਸਫਾਈ ਕਰਨੀ ਹੈ, ਗੁਦਾ ਰਾਹੀਂ ਕੱਪੜਾ ਪਾ ਕੇ ਮੂੰਹ ਰਾਹੀਂ ਕੱਢ ਕੇ ਉਹ ਸਫਾਈ ਕਰਦੇ ਸੀ, ਬੜਾ ਕੁਝ ਕਰਦੇ ਸੀ। ਜੋਗੀਆਂ ਦੇ ਆਸਣ, ਜੋਗੀਆਂ ਦੀ ਜਿਹੜੀ ਸਾਧਨਾ ਉਹ ਬੜੀ ਵੱਡੀ ਸੀਗੀ। ਅੱਜ ਵੀ ਦੇਖੋ ਕਿੰਨਾ ਮੈਡੀਕਲ ਸਾਇੰਸ ਦਾ ਜ਼ੋਰ ਹੈ, ਦਵਾਈਆਂ ਦਾ ਯੁੱਗ ਹੈ, ਗਲੀ ਗਲੀ ਦੇ ਵਿੱਚ ਹਸਪੀਟਲ ਹੈ, ਔਰ ਫਿਰ ਵੀ ਸਿਆਣੇ ਲੋਕ ਇਹ ਕਹਿੰਦੇ ਨੇ ਵੀ ਦਵਾਈਆਂ ਘੱਟ ਕਰੋ, ਯੋਗ ਸਾਧਨਾਵਾਂ ਕਰ ਲਓ। ਜੋਗੀ ਜੋ ਕਰਿਆ ਕਰੋ ਭਾਈ, ਪੇਟ ਜਿਹੜਾ ਫੁੱਲਿਆ ਹੋਇਆ ਇਹ ਕੰਟਰੋਲ 'ਚ ਹੋਏਗਾ, ਜਿਹੜੇ ਸਰੀਰਕ ਰੋਗ ਨੇ ਇਹ ਯੋਗ ਕਰਨ ਦੇ ਨਾਲ ਠੀਕ ਹੋ ਜਾਣਗੇ। ਕਿੰਨੇ ਹੀ ਲੋਕ ਸਵੇਰੇ ਪਾਰਕਾਂ ਜਾ ਕੇ ਯੋਗ ਆਸਣ ਕਰਦੇ ਨੇ, ਜਾਣੀ ਕਿ ਇਹ ਸਭ ਤੋਂ ਪੁਰਾਤਨ ਸਮੇਂ ਤੋਂ ਲੈ ਕੇ ਆਪਾਂ ਵੇਖਦੇ ਹਾਂ ਜੋਗੀਆਂ ਨੂੰ ਇਹ ਸਾਰਾ ਭੇਤ ਸੀਗਾ। ਹੌਲੀ ਹੌਲੀ ਅੱਗੇ ਜਾ ਕੇ ਗੱਲ ਏ ਦੂਸਰੇ ਪਾਸੇ ਪੜ੍ਹਾਈ ਲਿਖਾਈ ਵਾਲੇ ਪਾਸੇ ਆਈ ਹੈ। ਮਹਾਰਾਜ ਕਹਿੰਦੇ ਜੇ ਕੋਈ ਪਰਮੇਸ਼ਰ ਦਾ ਨਾਮ, ਪਰਮਾਤਮਾ ਦਾ ਨਾਮ, ਗੁਰੂ ਦੇ ਸ੍ਰੇਸ਼ਟ ਬਚਨ ਕੋਈ ਧਿਆਨ ਨਾਲ ਸੁਣਦਾ ਹੈ ਨਾ, ਔਰ ਉਹਨੂੰ ਸਰੀਰ ਬਾਰੇ ਵੀ ਸਾਰੀ ਸੋਝੀ ਆ ਜਾਂਦੀ ਹੈ। ਸਰੀਰ ਬਾਰੇ, ਸਰੀਰ ਦੇ ਇੰਦਰੀਆਂ ਬਾਰੇ। ਲਓ ਮਨ ਦਾ ਨਹੀਂ ਸਾਨੂੰ ਪਤਾ ਵੀ ਮਨ ਕੀ ਕੰਮ ਕਰਦਾ, ਮਨ ਕਿੱਥੇ ਹੈ, ਮਨ ਨੂੰ ਕੰਟਰੋਲ ਕਿਵੇਂ ਕਰਨਾ। ਸੁਰਤੀ, ਇਹ ਬਿਰਤੀ, ਇਹ ਚਿੱਤ, ਇਹ ਜਿਹੜੇ ਸ਼ਬਦ ਨੇ ਇਹ ਸਾਨੂੰ ਪਤਾ ਹੀ ਲੱਗਦਾ ਛੇਤੀ ਦੇ ਨਾਲ। ਤੇ ਜਦੋਂ ਕੋਈ ਸੁਣ ਲੈਂਦਾ ਉਹਨੂੰ ਪਤਾ ਲੱਗ ਜਾਂਦਾ ਮਨ ਨੂੰ ਕੰਟਰੋਲ ਕਿਵੇਂ ਕਰਨਾ, ਮਨ ਨੂੰ ਵਸ ਕਿਵੇਂ ਕਰਨਾ, ਇਹ ਸੁਰਤੀ ਨੂੰ ਇਕਾਗਰ ਕਿਵੇਂ ਕਰਨਾ, ਇਹ ਜਿਹੜਾ ਚਿੱਤ ਹੈ ਇਹਨੂੰ ਕਿਹੜੇ ਪਾਸੇ ਜੋੜਨਾ ਹੈ, ਜਿਹੜੀ ਸਾਡੀ ਬੁੱਧੀ ਹੈ ਇਹਦਾ ਕੀ ਕੰਮ ਹੈ। ਇਹ ਚੀਜ਼ਾਂ ਪ੍ਰਮਾਤਮਾ ਦੇ ਨਾਮ ਸੁਣਨ ਨਾਲ, ਗੁਰੂ ਦੇ ਉਪਦੇਸ਼ ਸੁਣਨ ਨਾਲ ਇਹ ਪ੍ਰਾਪਤੀਆਂ ਹੁੰਦੀਆਂ ਨੇ। ਵੱਡਾ ਗਿਆਨ ਪ੍ਰਾਪਤ ਹੁੰਦਾ ਹੈ। ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਜ਼ਿੰਦਗੀ ਲੰਘ ਜਾਂਦੀ ਹੈ ਲੋਕਾਂ ਦੀ, ਸ਼ਾਸਤਰ ਪੜ੍ਹਦੇ ਆ, ਸਿਮਰਤੀਆਂ ਪੜ੍ਹਦੇ ਆ, ਵੇਦਾਂ ਦੀ ਸਟੱਡੀ ਕਰਦੇ ਆ, ਕਿਤੇ ਛੋਟੇ ਗ੍ਰੰਥ ਥੋੜੋ ਨੇ ਇਹ ਗ੍ਰੰਥ ਪੜ੍ਹਦੇ ਆ। 25 ਸਾਲ ਆ ਜਿਹੜਾ ਆਪਾਂ ਦੇਖਦੇ ਹਾਂ ਜਦੋਂ ਉਹਨਾਂ ਨੇ ਆਸ਼ਰਮਾਂ ਦੀ ਵੰਡ ਕੀਤੀ, 4 ਆਸ਼ਰਮ, ਉਹਦੇ ਵਿੱਚੋਂ ਜਿਹੜੇ ਪਹਿਲੇ ਤੋਂ ਲੈ ਕੇ 25 ਸਾਲ ਤੱਕ ਗਿਆਨ ਆਸ਼ਰਮ ਹੈ ਨਾ ਜਿਹੜਾ, ਉਹਦੇ ਵਿੱਚ ਗ੍ਰੰਥ ਪੜ੍ਹਨ ਪੜ੍ਹਾਉਣ ਦੇ ਜ਼ਿਕਰ ਹੈ, ਵਿਦਿਆ ਪੜ੍ਹਨ ਪੜ੍ਹਾਉਣ ਦੇ ਜ਼ਿਕਰ ਹੈ। ਜ਼ਿੰਦਗੀ ਲੰਘ ਜਾਂਦੀ ਹੈ
पर किसी नूं पूरा आए को कह सकता भी मैं जिन्ने दुनिया के ग्रंथ ने पढ़ लए ने। महाराज जानी ये इशारा कर रहे हैं भी सुनन दे नाल भी जित शास्त्र सिमरत वेद इन्हां दे विच जो उपदेश है, जो इन्हां दे विच इशारे ने, वो समझ आ जाती है। एक बंदे ने सिमरतियां पढ़ियां, शास्त्र पढ़ियां, वेद पढ़े, जिथे वो पहुंच गया, एक अनपढ़ बंदा उत्थे पहुंचना चाहे भी मैं पहुंचना है, पर उहदे कोले ज्ञान नहीं है, समझ नहीं है, पर वो सुन के भी उत्थों तक पहुंच सकता है। सुनन दा महात्म इतना है, सुनन दे नाल भी खेड उत्थों तक वापर सकती है। साडे कोले बड़ियां साखियां ने, बड़े प्रसंग ने। जानी गुरु साहब सच्चे पातशाह जी कह रहे ने, फिर कहते सुनन दा महात्म ईश्वर ब्रह्मा ते इंद्र वर्गी पदवी प्राप्त हो सकती है। सुनन दे नाल मंदा बोलण वाले भी परमात्मा दी सिफतां वाले पासे आ सकते हैं। सुनन दे नाल जोग जुगत ते शरीर दे सूखम भेदां दा पता लगदा है। और महाराज कहते सुनिया साथ सिमरत वेद। फिर अगलियां पौड़ियां दे विच ओही वचन जो ये 4 पौड़ियां दे लास्ट विच महाराज ने कीते ने, नानक भगता सदा विगास, सुने दुख पाप का नास। महाराज गुरु नानक साहब जी कह लगे, कहते जिहड़े भगत जन ने, परमात्मा दे भगत ने, उन्हां दे मन में सदा ही विगास रहिंदा, सदा ही खड़ाओ रहिंदा, सदा ही आनंद विच रहिंदे ने। क्यों रहिंदे ने? उन्हां दा सुनना सही है, उन्हां दा सब कुछ सही है, ते उन्हां नूं ना तां इस गल दी चिंता भी हाय आ गल किसी नूं पता ना लग जाए जां आ गल रह गई है। सुनिया दुख पाप का नाश, वो परमात्मा दे नाम नाल जुड़दे ने, ते परमात्मा दा नाम सुनन दे नाल ते जिहड़ा भी सुनदा है, महाराज कहंदे उहदा दुखां दा, पापां दा, दलिदरां दा, सारे कासे दा नाश हो जांदा है। सुनना है, सुनदे तुसीं रोज हो। गुरु किरपा करन जिन्ना कि भी असीं सुनदे हां, इहदे चों कुछ ना कुछ जरूर घरे लैके जाया करिए। चलो ये हुंदा कई बारी भी जी पौना घंटे दे विच की सुनिया याद नहीं रहिंदा, भुल जाने हैं कई बारी, याददाश्त कमजोर है, पर उहदे चों चलो 40%, 30%, 20% जिन्ना क सुनिया जरूर घरां च लैके चलीए, हिरदे च वसाइए। महाराज ने तो इन्नी भी छोड़ दी है, कहंदे जे सारा नहीं ना तां किनका एक जिस जी वसावै, ताकि महिमा गनी ना आवे। जे तुसी हज़ारे ही शब्द सुने ने नहीं याद, सतगुरु कहंदे भाई फिर ये करो, एक अखर भी हिरदे च वस जाए ना, एक अखर नूं भी हिरदे च वसा लो, एक अखर हर मन वस्त, नानक होत निहाल। फिर भी खेड़ वापर सकती है। अज तो असी पराया हक नहीं खाना, अज तो असी मंदे शब्द किसी लई नहीं बोलने, अज तो बाद असी निंदिया चुगली तो बचना हैगा। इन्नी गल भी लड़ बंद लीए, खेड़ वापर सकती है। साडे दुखां पापां दा घरां दे विच इस करके पईयां होईयां लड़ाइयां दा कम मुक सकदा है, लड़ाइयां खत्म हो सकदियां ने। महाराज किरपा करन, रहमत करन सतगुरु, ये पावन उपदेश जो आपां सुणिया विचारिया, ये हिरदे च वस जाए, ते असी फिर परमेश्वर दे नाम वाले पासे चढ़ के तुर के ते अपने दुखां ते पापां तो निवृत्ति हासिल करिए। बहुत बहुत धन्नवाद सारी संगत दा। सतगुरु पातशाह जी की पावन बाणी की विचार करदे होइयां तमाम गलतियां सतगुरु जी खिमा करनगे। आप जी ने अरदास करनी, महाराज अपने सारिਆਂ ਦੇ सिर ते मेहर दा हथ रखन, और ये उपदेश जो महाराज ने बख्शिया असीं इहनूं कमा सकीए, ते साडा लोक सुखी अते परलोक सुहेला होवे, दुखां पापां दा दलिदरां दा नाश होवे। ये आपां जरूर अरदास भी करनी है और कोशिश भी करनी है। महाराज किरपा कर सबनां दियां हाज़रियां दर प्रवान करन, भुल चुक दी खिमा। आओ अंतलियां पंक्तियां पढ़ के श्री आनंद साहब जी के पाठ में जुड़िए जी। सुनिया जोग जुगत तन भेद, सुनिया साहस्त सिमरत वेद, नानक भगता सदा विगास, सुनिया दुख पाप का नाश। वाहिगुरु जी का खालसा, वाहिगुरु जी की फतेह।